जिन्हां ने परख करके धन धन श्री गुरु रामदास महाराज। आपां कल सुनिया सी भी गुरता गद्दी दे वारस बाबा जेठा जी नूं बनाया गुरु रामदास महाराज चौथे पातशाह जी नूं बना दिता। मोहरी पुत सन्मुख होया रामदासै पैरीं पाई जीओ। सब गुरु रामदास महाराज दे चरणी लगे नमस्कार कीती। सो सतगुरु पातशाह गुरु रामदास महाराज उन्हां ने अपनी जिंदगी दे जो कारज ने किवें सानू करके विखाए। उन्हां दे जीवन चों प्यार, उन्हां दे जीवन विचों शरधा, उन्हां दे जीवन विचों सानू ज्ञान, जीवनी पढ़िया, गुर इतिहास पढ़िया, गुर इतिहास नूं सुनिया किद्दां मिलदा। आओ उन्हां हीरे मोतियां नूं आपां चुग गए। गुरु रामदास महाराज जिन्हां दा पहला नाम भाई जेठा जी है। गुरु रामदास महाराज जी दा जन्म माता अनूपी जी दी कुखों पिता हरदास दे घर चूना मंडी लाहौर 24 सितंबर 1534 नूं होया। तां धन गुरु रामदास महाराज जी दा जदों जन्म होया तुरंत ही गुरु पातशाह जी दे जीवन दे झलकारियां दे विचों एक सानू झलकारा मिलदा, शब्द मिलदा, हम रुलते फिरते कोई बात ना पूछता। गुरु रामदास महाराज जी दी पावन शब्द आ। गुरु रामदास महाराज जी खुद ही कह रहे ने, हे वाहिगुरु, हे परमात्मा, साडी जिंदगी रुली खुली है। दुनिया विच कौन आ जिहड़ा सानू पुछदा, पर बख्शिश तेरी, तू किन्नी क रहमत कीती है, किन्ना क मैनू प्यार बख्शिया, इहदे बारे गुरदेव पातशाह जी दे जीवन चों सानू पता लगदा। प्यार वाले चेता रखियो, धन धन रामदास गुर जिन सिरिया तिन्नै सवारिया। दुनिया दे विच सिरजदा कोई है, सवारदा कोई है। सिरजन तो भाव जन्म कोई दिंदा ते सवारदा कोई है। ये साडी पूरी मनुखता दे विच एक रीत आ, कानून आ। एक मन लवो लकड़ मिलदी जंगल चों आ, पैदा तां जंगल च होई है ना, ते ओदा फर्नीचर किसे कारीगर ने बनाया। पर दुनिया दे विच कोई अजिहा व्यक्ति नहीं जिहड़ा फर्नीचर जंगल च लैण जावे। फर्नीचर आपां नूं दुकानां तो ही प्राप्त हुंदा, कारीगरां कोलों प्राप्त हुंदा। जन्मी किते, सिरजी किते ते सवारी किते है। सोना पैदा किते होया, सवारिया सुन्यारे दी दुकान ते गया। कपड़ा सिरजिया किते गया ते सवारिया किसे टेलर दे हथ ना गया।
ਇਵੇਂ ਜਿਵੇਂ ਇੱਕ ਨਹੀਂ ਅਨੇਕਾਂ ਉਦਾਹਰਨਾਂ ਆਪਾਂ ਆਪਣੀ ਜ਼ਿੰਦਗੀ 'ਚ ਲੈ ਸਕਦੇ ਹਾਂ ਵੀ ਪੈਦਾ ਬੰਦਾ ਕਿਤੇ ਹੁੰਦਾ ਤੇ ਉਹਨੂੰ ਸਵਾਰਨ ਵਾਲਾ ਕਿਤੇ ਕੋਈ ਹੋਰ ਹੁੰਦਾ। ਤੇ ਪਰ ਇੱਕੋ ਇੱਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਨਾਲ ਇੱਕ ਗਾਥਾ ਮਿਲਦੀ ਹੈ, ਜਿਹੜੀ ਕਿ ਆਪਾਂ ਹੁਣੇ ਪੜ੍ਹੀ ਆ ਵੀ ਜਿਹਨੇ ਗੁਰੂ ਰਾਮਦਾਸ ਮਹਾਰਾਜ ਨੂੰ ਜਨਮ ਦਿੱਤਾ ਉਸੇ ਨੇ ਸਵਾਰਿਆ। ਦੂਜੀ ਗੱਲ, ਜਿਸ ਮਨੁੱਖ ਨੇ ਰੱਬ ਤੇ ਆਸਰਾ ਰੱਖਿਆ, ਭਰੋਸਾ ਰੱਖਿਆ, ਯਕੀਨ ਰੱਖਿਆ, ਮਨੁੱਖ ਨੂੰ ਰੱਬ ਨੇ, ਪ੍ਰਮਾਤਮਾ ਨੇ ਸਵਾਰਨਾ ਹੋਵੇ ਤੇ ਚੇਤਾ ਰੱਖਿਓ ਉਹਨੂੰ ਠੋਕਰਾਂ ਵੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਲੱਗਦੀਆਂ ਨਹੀਂ। ਜਿਹੜੀ ਲੱਕੜ ਦਾ ਕੁਝ ਬਣਾਉਣਾ ਨਾ ਰੰਦਾ, ਉਸੇ ਤੇ ਚੱਲਦਾ, ਉਸੇ ਦੀ ਮਾਸ ਸਿੱਲਿਆ ਜਾਂਦਾ। ਜਿਸ ਲੋਹੇ ਦਾ ਕੁਝ ਬਣਾਉਣਾਗਾ ਤਾਂ ਉਸੇ ਲੋਹੇ ਤੇ ਘਣ ਚੱਲਦਾ, ਹਥੌੜੇ ਚੱਲਦੇ ਨਹੀਂ। ਇਵੇਂ ਜਿਵੇਂ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਬਖਸ਼ਿਸ਼ਾਂ ਦੇਣੀਆਂ ਹੋਣ, ਸਵਾਰਨਾ ਹੋਵੇ, ਤੇ ਉਹਦੀ ਜ਼ਿੰਦਗੀ 'ਚ ਭਾਈ ਰੱਬ ਵੱਲੋਂ, ਪਰਮਾਤਮਾ ਵੱਲੋਂ ਉਹਨੂੰ ਠੋਕਰਾਂ ਵੀ ਜ਼ਿਆਦਾ ਮਿਲਦੀਆਂ ਨੇ। ਇਹ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਪੜ੍ਹਿਆ ਸਾਨੂੰ ਪਤਾ ਲੱਗਦਾ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਜੀ ਆ। ਇਹ ਗੱਲ ਨੂੰ ਧਿਆਨ 'ਚ ਰੱਖਣਾ ਆਪਾਂ। ਜਦੋਂ ਵੀ ਨਾਮ ਆਪਾਂ ਭਾਈ ਜੇਠਾ ਜੀ ਦਾ ਲਵਾਂਗੇ ਤਾਂ ਸਾਡੀ ਸੁਰਤ ਵਿੱਚ ਗੁਰੂ ਰਾਮਦਾਸ ਮਹਾਰਾਜ ਦੀ ਤਸਵੀਰ ਹੋਵੇ। ਛੋਟੀ ਉਮਰ ਆ, ਮਾਤਾ ਅਨੂਪੀ ਜੀ ਦੀ ਕੁੱਖੋਂ ਜਨਮਿਆ। ਉਹ ਕੁੱਖ ਕਿੰਨੀ ਚੰਗੀ ਆ, ਜਿਸ ਕੁੱਖ ਦੇ ਵਿੱਚੋਂ ਅਜਿਹੇ ਦੇਵਤੇ ਦਾ ਜਨਮ ਹੋਇਆ, ਗੁਰੂ ਰਾਮਦਾਸ ਮਹਾਰਾਜ ਦਾ। ਤੇ ਸੱਚ ਜਾਣੋ ਪਿਆਰ ਵਾਲਿਓ, ਦੁਨੀਆ ਦੇ ਸਿਆਣੇ ਵਿਦਵਾਨਾਂ ਦਾ ਕਥਨ ਆ ਵੀ ਸਾਨੂੰ ਨਾ ਅੱਧਾ ਘੰਟਾ, 20 ਮਿੰਟ, ਜਿੰਨਾ ਵੀ ਟਾਈਮ ਮਿਲਦਾ, ਜਿੱਥੇ ਆਪਾਂ ਪ੍ਰਮਾਤਮਾ ਦਾ ਨਾਮ ਜਪਦੇ ਆ ਨਾ, ਵਾਹਿਗੁਰੂ ਵਾਹਿਗੁਰੂ ਸਤਨਾਮ ਰਾਮ ਅੱਲਾ ਖੁਦਾ, ਭਗਵਾਨ ਦਾ ਨਾਮ ਜਪਦੇ ਆ, ਜਿੱਥੇ ਆਪਾਂ ਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ, ਤਾਂ ਉਹ ਨਿਤਨੇਮ ਦੇ ਵਿੱਚ ਸਾਡੇ ਗੁਰੂਆਂ ਦੇ ਨਾਮ ਵੀ ਜ਼ਰੂਰ ਐਡ ਹੋਣੇ ਚਾਹੀਦੇ ਆ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਹਰਗੋਬਿੰਦ, ਏਦਾਂ ਉਹਨਾਂ ਨੂੰ ਵੀ ਯਾਦ ਕਰੀਏ। ਬੜੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਸਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਮਿਲਦੀਆਂ ਨੇ। ਪਰ ਜੀਵਨ ਕੈਸਾ, ਮਾਤਾ ਅਨੂਪੀ ਦੀ ਕੁੱਖ ਕਿੰਨੀ ਚੰਗੀ ਆ, ਜਿਸ ਕੁੱਖ ਦੇ ਵਿੱਚੋਂ ਏਡੇ ਵੱਡੇ ਮਹਾਪੁਰਖ ਦਾ, ਏਡੇ ਵੱਡੇ ਦੇਵਤੇ ਦਾ ਜਨਮ ਹੋਇਆ। ਪਰ ਹੋਇਆ ਕੀ, ਛੋਟੀ ਉਮਰ ਆ, ਵਿਹੜੇ ਵਿੱਚ ਲਾਸ਼ ਪਈ ਆ, ਆਂਢੀ ਗੁਆਂਢੀ ਰੋ ਰਹੇ ਨੇ। ਭਾਈ ਜੇਠਾ ਜੀ ਪੁੱਛਦੇ ਨੇ, ਕੌਣ ਆ ਇਹ, ਕੀ ਗੱਲ ਆ, ਕੀ ਬਾਤ ਹੋਈ ਆ। ਅਜੇ ਨਿਆਣਾ ਨਾ, ਪਤਾ ਨਹੀਂ, ਕੱਪੜੇ ਨਾਲ ਢਕੀ ਲੋਥ ਪਈ ਆ। ਪੁੱਤ ਤੇਰੀ ਮਾਂ ਤੇ ਇਉਂ ਕਿਉਂ ਪਈ ਆ ਵਿਹੜੇ 'ਚ, ਭੁੰਜੇ ਕਿਉਂ ਪਈ ਆ, ਕੀ ਗੱਲ ਆ। ਪੁੱਤੇ ਚੜ੍ਹਾਈ ਕਰ ਗਈ, ਤੈਨੂੰ ਛੱਡ ਕੇ ਤੁਰ ਗਈ, ਤੈਨੂੰ ਛੱਡ ਕੇ ਤੁਰ ਗਈ ਪੁੱਤ। ਇਹ ਉਹ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ। ਮਾਂ ਦੀ ਜਿੰਦ ਨਿਕਲੀ ਹੋਈ ਲੋਥ ਨੂੰ ਧਿਆਨ ਦੇ ਨਾਲ ਵੇਖਿਆ, ਰੋਇਆ। ਮਾਂ, ਤੂੰ ਮੇਰੇ ਨਾਲ ਇੱਕ ਦਾਅਵਾ ਕੀਤਾ ਸੀ ਵੀ ਪੁੱਤ, ਜੇ ਤੇਰਾ ਨਾਮ ਮੈਂ ਜੇਠਾ ਰੱਖਿਆ ਨਾ, ਤੇ ਜੇਠੇ ਦਾ ਅਰਥ ਹੁੰਦਾ ਵੱਡਾ, ਤੇ ਮੈਂ ਤੈਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਬਣਾਵਾਂਗੀ। ਮਾਂ, ਤੂੰ ਆਪਣੇ ਦਾਅਵੇ ਤੋਂ ਮੁੱਕਰ ਗਈ।
ਜੇ ਤੂੰ ਮੇਰਾ ਨਾਮ ਜੇਠਾ ਰੱਖਿਆ ਸੀ, ਵੱਡਾ ਬਣਾਉਣ ਦਾ ਵਚਨ ਕੀਤਾ ਸੀ, ਤੂੰ ਮੈਨੂੰ ਛੱਡ ਕੇ ਚਲੀ ਗਈ, ਤੇ ਹੁਣ ਮੈਨੂੰ ਵੱਡਾ ਕੌਣ ਬਣਾਊਗਾ? ਕਿਹਨੂੰ ਮੇਰਾ ਹੱਥ ਫੜਾ ਕੇ ਗਈਆਂ? ਪਰ ਆਪਾਂ ਨੂੰ ਪਤਾ ਵੀ ਰਹੁ ਰੀਤ ਦੇ ਮੁਤਾਬਕ ਸੰਸਕਾਰ ਹੋਇਆ। ਹੱਥ ਆ ਜਿਹੜਾ ਉਹ ਬਾਪੂ ਦੇ ਹੱਥ ਵਿੱਚ ਚਲਾ ਗਿਆ। ਅੱਗੇ ਮਾਂ ਪਾਲਣ ਪੋਸ਼ਣ ਕਰਦੀ ਆ, ਪਿਆਰ ਕਰਦੀ ਆ, ਪਰ ਜਦੋਂ ਮਾਂ ਚੜ੍ਹਾਈ ਕਰ ਗਈ, ਬਾਪੂ ਨੂੰ ਬਾਬਾ ਜੇਠਾ ਜੀ ਦਾ ਹੱਥ ਫੜਿਆ ਗਿਆ, ਮਿਲ ਗਿਆ, ਤੇ ਪਿਓ ਨੇ ਮਾਂ ਵਾਲਾ ਪਿਆਰ ਦੇਣਾ ਸ਼ੁਰੂ ਕਰ ਦਿੱਤਾ। ਥੋੜੇ ਟਾਈਮ ਦੇ ਵਿੱਚ ਆਪਣੇ ਪਿਓ ਦੇ ਨਾਲ, ਆਪਣੇ ਪਿਓ ਦੇ ਪਿਆਰ ਵਿੱਚ, ਆਪਣੇ ਪਿਓ ਦੀਆਂ ਗੱਲਾਂ ਬਾਤਾਂ ਵਿੱਚ ਲੀਨ ਹੋ ਗਿਆ। ਰੋਜ਼ ਸੁਵਖਤੇ ਅੰਮ੍ਰਿਤ ਵੇਲੇ ਬਾਪ ਉੱਠਦਾ, ਘਰ ਦੇ ਕੰਮ ਕਰਦਾ, ਆਪਣੇ ਪੁੱਤ ਨੂੰ ਵੀ ਮੱਤ ਦਿੰਦਾ। ਪਰ ਅੱਜ ਇੱਕ ਦਿਨ ਹੋਰ ਅਜਿਹੀ ਘਟਨਾ ਵਾਪਰਦੀ ਆ। ਬਾਪੂ ਉੱਠਿਆ ਨਹੀਂ, ਪਰ ਭਾਈ ਜੇਠਾ ਜੀ ਉੱਠ ਖੜੇ। ਬੜੇ ਚਾਅ ਦੇ ਨਾਲ ਘਰ ਦੇ ਕੰਮ ਕੀਤੇ, ਘਰ ਦੇ ਕਾਰਜ ਕਰ ਰਿਹਾ, ਤੇ ਨਾਲੇ ਕਹਿ ਰਿਹਾ ਚਲੋ ਕੋਈ ਗੱਲ ਨਹੀਂ, ਅੱਗੇ ਬਾਪੂ ਰੋਜ਼ ਉੱਠਦਾ ਤੇ ਅੱਜ ਮੈਂ ਘਰ ਦੇ ਕੰਮ ਕਰ ਲੈਣਾ, ਤੇ ਮੈਂ ਬਾਪੂ ਨੂੰ ਉਠਾਉਂਦਾ ਨਹੀਂ। ਜਦੋਂ ਘਰ ਦੇ ਕੰਮ ਨਿਬੜ ਗਏ, ਬਾਪੂ ਨੂੰ ਉਦੋਂ ਦੱਸੂਗਾ। ਘਰ ਦੇ ਛੋਟੇ ਮੋਟੇ ਕੰਮ ਕੀਤੇ, ਦੁੱਧ ਚਾਹ ਦਾ ਗੜਬਾ ਲੈ ਕੇ ਸਿਰਹਾਣੇ ਪਹੁੰਚਿਆ। ਬਾਪੂ ਨੂੰ ਆਵਾਜ਼ ਮਾਰੀ, ਬਾਪੂ ਦੇਖ ਤੇਰਾ ਪੁੱਤ ਕੰਮ ਸੰਭਾਲਣ ਜੋਗਾ ਹੋ ਗਿਆ। ਮੈਂ ਸਾਰੀ ਘਰ ਦਾ ਕੰਮ ਸੰਭਾਲ ਲਿਆ, ਅੱਗੇ ਤੂੰ ਮੈਨੂੰ ਉਠਾਉਣਾ। ਅੱਜ ਬਾਪੂ ਤੈਨੂੰ ਆਵਾਜ਼ ਮੈਂ ਮਾਰਦਾ, ਉੱਠ ਖੜਾ ਹੋ। ਬਾਪੂ ਇੱਕ ਆਵਾਜ਼ ਤੇ, ਦੋ ਆਵਾਜ਼ ਤੇ ਨਾ ਉੱਠਿਆ। ਜਦੋਂ ਨਾ ਉੱਠਿਆ, ਫਿਰ ਆਪਣੇ ਵੱਲੋਂ ਬਾਬਾ ਜੇਠਾ ਜੀ ਨੇ ਹਲੂਣਾ ਦਿੱਤਾ, ਫਿਰ ਵੀ ਨਾ ਉੱਠਿਆ। ਮੁੱਖ ਤੋਂ ਕੱਪੜਾ ਚੁੱਕਿਆ, ਬਾਪੂ ਕਹਿ ਕੇ ਆਵਾਜ਼ ਮਾਰਦਾ, ਪਰ ਬਾਪੂ ਬੋਲਿਆ ਨਹੀਂ। ਹੁਣ ਜੱਜਮੈਂਟ ਹੋ ਗਈ, ਕਿਉਂਕਿ ਮਾਂ ਵਿਹੜੇ ਵਿੱਚ ਪਈ ਵੇਖੀ ਸੀ ਵੀ ਏਦਾਂ ਮਨੁੱਖ ਜਿਹੜਾ ਚੜ੍ਹਾਈ ਕਰ ਜਾਂਦਾ, ਉਸ ਦਾ ਸਰੀਰ ਹੋ ਜਾਂਦਾ, ਤੇ ਅੰਦਾਜ਼ਾ ਲੱਗ ਗਿਆ ਬਾਪੂ ਵੀ ਚੜ੍ਹਾਈ ਕਰ ਗਿਆ। ਛੋਟੀ ਉਮਰੇ ਮਾਂ ਚੜ੍ਹਾਈ ਕਰ ਗਈ। ਮਾਂ ਦਾ ਪਿਆਰ ਬਾਪੂ ਵੱਲੋਂ ਮਿਲਿਆ, ਪਰ ਅੱਜ ਬਾਪੂ ਚੜ੍ਹਾਈ ਕਰ ਗਿਆ। ਉਮਰ 7 ਸਾਲ ਦੀ ਆ, ਤੇ 7 ਸਾਲ ਦੇ ਬੱਚੇ ਦੀ ਉਮਰ ਕਿੰਨੀ ਕੁ ਹੁੰਦੀ ਆ, ਆਪਾਂ ਖੁਦ ਹੀ ਵੇਖ ਸਕਦੇ ਹਾਂ। ਵਿਹੜੇ ਦੇ ਵਿੱਚ ਲਾਸ਼ ਪਈ ਆ, ਤੇ ਰੋਣਾ ਕਰਲਾਉਣਾ ਸ਼ੁਰੂ ਕਰ ਦਿੱਤਾ, ਤੇ ਨਾਲ ਕਹਿ ਰਿਹਾ ਬਾਪੂ ਮਾਂ ਨੇ ਨਾਂ ਰੱਖਿਆ ਸੀ ਜੇਠਾ। ਉਹਦਾ ਭਾਵ ਆ ਵੱਡਾ ਹੋਣਾ, ਵੱਡਾ ਕਰਨਾ, ਤੇ ਉਹਨੇ ਵੀ ਮੈਨੂੰ ਵੱਡਾ ਨਹੀਂ ਕੀਤਾ, ਉਹ ਵੀ ਬਚਪਨ ਵਿੱਚ ਹੀ ਛੱਡ ਕੇ ਚਲੀ ਗਈ। ਪਰ ਮਾਂ ਮੇਰਾ ਹੱਥ ਤੈਨੂੰ ਫੜਾ ਗਈ, ਤੇ ਅੱਜ ਤੂੰ ਵੀ ਚਲਾ ਗਿਆ, ਤੇ ਤੂੰ ਦੱਸ ਮੇਰਾ ਹੱਥ ਕਿਹਨੂੰ ਫੜਾ ਕੇ ਚੱਲਿਆ? ਜੋ ਤੁਸੀਂ ਦਾਅਵੇ ਕੀਤੇ ਨੇ ਉਹ ਦਾਅਵੇ ਪੂਰੇ ਨਹੀਂ ਕੀਤੇ ਬਾਪੂ, ਗੌਰ ਕਰ। ਪਰ ਚੇਤਾ ਰੱਖਿਓ, ਇਹ ਤਾਂ ਇੱਕ ਮਨ ਦੇ ਵਲਵਲੇ ਨੇ, ਮਨ ਦੇ ਖਿਆਲ ਨੇ। ਆਂਢੀ ਗੁਆਂਢੀ ਇਕੱਠੇ ਹੋਏ, ਰੀਤ ਦੇ ਮੁਤਾਬਕ ਸੰਸਕਾਰ ਕੀਤਾ। ਨਾਨੀ ਆਈ ਹੋਈ ਆ, ਆਂਢੀਆਂ ਗੁਆਂਢੀਆਂ ਨੇ ਕੁਛ ਗੱਲਾਂ ਕਹਿ ਕੇ ਬਾਬਾ ਜੇਠਾ ਜੀ ਨੂੰ ਇੱਥੇ ਰੱਖ ਲਿਆ। ਨਾਨੀ ਚਲੀ ਗਈ, ਪਰ ਚੇਤਾ ਰੱਖਿਓ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ।
ਜ਼ਿੰਮੇਵਾਰੀ ਲੈਣੀ ਬਹੁਤ ਸੌਖੀ ਆ ਤੇ ਪਰ ਨਿਭਾਉਣੀ ਬਹੁਤ ਔਖੀ ਆ। ਅਸੀਂ ਸੰਭਾਲਾਂਗੇ, ਅਸੀਂ ਪਿਓ ਵਾਲਾ ਪਿਆਰ ਦੇਵਾਂਗੇ, ਅਸੀਂ ਮਾਂ ਵਾਲਾ ਪਿਆਰ ਦੇਵਾਂਗੇ, ਪਰ ਚੇਤਾ ਰੱਖਿਓ ਮਾਂ ਵਾਲਾ ਪਿਆਰ, ਪਿਓ ਵਾਲਾ ਪਿਆਰ ਮਾਂ ਪਿਓ ਦੇ ਸਕਦੇ ਆ, ਨਾ ਕੋਈ ਹੋਰ। ਮਾਤਾ ਅਨੂਪੀ ਚੜ੍ਹਾਈ ਕਰ ਗਈ, ਬਾਪੂ ਹਰਦਾਸ ਜੀ ਚੜ੍ਹਾਈ ਕਰ ਗਏ, ਪਰ ਬਾਬਾ ਜੇਠਾ ਇਕੱਲੇ ਹੀ ਰਹਿ ਗਿਆ, ਇੱਕੋ ਹੀ ਬੇਟਾ ਗਾ। ਤੇ ਹੁਣ ਇੱਥੇ ਗੁਰੂ ਰਾਮਦਾਸ ਮਹਾਰਾਜ ਜਾਣੀ ਕਿ ਭਾਈ ਜੇਠਾ ਜੀ ਰੁਲਦੇ ਫਿਰਦੇ ਆ। ਕੋਈ ਸਮੇਂ ਸਿਰ ਰੋਟੀ ਨਹੀਂ, ਕੋਈ ਸਮੇਂ ਸਿਰ ਨਹਾਉਣ ਧੋਣ ਨਹੀਂ, ਕੋਈ ਸਮੇਂ ਸਿਰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ। ਪਰ ਕੁਝ ਦਿਨਾਂ ਬਾਅਦ ਨਾਨੀ ਆਈ, ਆਪਣੇ ਦੋਹਤਰੇ ਨੂੰ ਮਿਲ ਕੇ ਆਵਾਂ, ਪਤਾ ਕਰਕੇ ਆਵਾਂ। ਜਦੋਂ ਆਈ ਨਾ, ਆ ਕੇ ਵੇਖਿਆ ਤੇ ਨਾਨੀ ਭੁੱਬਾ ਮਾਰ ਕੇ ਰੋਪੀ, ਪੁੱਤ ਤੇਰੇ ਆ ਹਾਲਾਤ ਨੇ। ਪਰ ਕਿਸੇ ਨੂੰ ਕੁਛ ਕਿਹਾ ਨਹੀਂ ਵੀ ਕੁੜੇ ਮੇਰੇ ਦੋਹਤਰੇ ਨੂੰ ਸਮੇਂ ਸਿਰ ਰੋਟੀ ਤਾਂ ਦੇ ਦੋ, ਸਮੇਂ ਸਿਰ ਕੋਈ ਲੀੜਾ ਕੱਪੜਾ ਤਾਂ ਬਦਲ ਦੋ, ਨਵਾ ਧਵਾ ਤਾਂ ਦਿਓ। ਪਰ ਚੁੱਪਚਾਪ ਕਹਿੰਦੀ ਪੁੱਤ ਜੋ ਤੇਰੇ ਕੋਲੇ ਹੈ ਲੀੜਾ ਕੱਪੜਾ ਚੱਕ, ਆਪਾਂ ਚੱਲੀਏ। ਨਾਨੀ ਮਾਂ ਕਿੱਥੇ ਜਾਣਾ? ਪੁੱਤ ਤੇਰੇ ਨਾਨਕੇ ਚੱਲਣਾ। ਕਿਹੜੇ ਪਿੰਡ? ਵਾਸਰਕੇ, ਜੋ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿੰਡ ਹੈ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਿੰਡ ਲਾਹੌਰ ਚੂਨਾ ਮੰਡੀ। ਤੇ ਜਦੋਂ ਨਾਨੀ ਨੇ ਕੱਪੜੇ ਇਕੱਠੇ ਕਰ ਲਏ, ਆਂਢੀਆਂ ਗੁਆਂਢੀਆਂ ਨੇ ਵੇਖ ਤਾਂ ਲਿਆ, ਪਰ ਕਿਸੇ ਨੇ ਕਿਹਾ ਨਹੀਂ ਕਿੱਥੇ ਜਾਂਦੇ ਹੋ, ਕਿਉਂ ਜਾਂਦੇ ਹੋ, ਜਾਂਦੇ ਆ ਤਾਂ ਜਾਓ। ਨਾਨੀ ਨੇ ਬਹੁਤ ਵੱਡਾ ਹੌਂਕਾ ਭਰਿਆ, ਆਪਣੀ ਧੀ ਨੂੰ ਯਾਦ ਕੀਤਾ, ਆਪਣੇ ਜਵਾਈ ਨੂੰ ਯਾਦ ਕੀਤਾ, ਸਬਰ ਦਾ ਘੁੱਟ ਭਰ ਕੇ ਆਪਣੇ ਦੋਹਤਰੇ ਨੂੰ ਨਾਲ ਲੈ ਕੇ ਘਰੋਂ ਚੂਨਾ ਮੰਡੀ ਚੋਂ ਚਲਦੀ ਆ। ਤੇ ਹੁਣ ਜਿੰਦਰਾ ਲਾਉਣ ਲੱਗਦੀ ਆ, ਕਿਸੇ ਨੇ ਜਿੰਦਰਾ ਲਾਉਂਦੀ ਨੂੰ ਰੋਕਿਆ ਨਹੀਂ। ਤੇ ਕੇਵਲ ਭਾਈ ਜੇਠਾ ਜੀ ਪੁੱਛਦੇ ਆ, ਨਾਨੀ ਮਾਂ ਹੁਣ ਇਹ ਘਰ ਨੂੰ ਜਿੰਦਾ ਲਾ ਦਿੱਤਾ, ਕਦੋਂ ਖੋਲਾਂਗੇ? ਕੌਣ ਖਲਾਊਗਾ ਜਾਂ ਕੌਣ ਖੋਲੂਗਾ? ਤੇ ਨਾਨੀ ਕਹਿੰਦੀ ਹੈ ਪੁੱਤ ਇਹ ਜਿੰਦਾ ਘਰ ਨੂੰ ਲਵਾਇਆ ਵੀ ਉਹ ਪ੍ਰਮਾਤਮਾ ਨੇ ਆ, ਤੇ ਖਲਵਾਉਣਾ ਵੀ ਉਹ ਪ੍ਰਮਾਤਮਾ ਨੇ ਆ। ਕਦੋਂ ਖਲਵਾਊਗਾ ਇਹ ਉਹ ਮਾਲਕ ਜਾਣਦਾ। ਪਰ ਇੱਥੇ ਤੈਨੂੰ ਮੈਂ ਛੱਡਣਾ ਨਹੀਂ, ਚੱਲ ਜਿਹੋ ਜੀ ਮੇਰੇ ਵੱਲੋਂ ਤੇਰੀ ਸਾਂਭ ਸੰਭਾਲ ਹੋਊਗੀ, ਮੈਂ ਬੁੱਢੀ ਹੋਈ ਪਈ ਆ, ਮੈਂ ਤੈਨੂੰ ਸੰਭਾਲਾਂਗੀ, ਇੱਥੇ ਨਹੀਂ ਰੱਖਣਾ। ਤੇ ਹੁਣ ਚੇਤਾ ਰੱਖਿਓ, ਬਾਰ-ਬਾਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਚੇਤੇ ਆਉਂਦਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। हे ਵਾਹਿਗੁਰੂ ਜੀ, ਮੇਰੀ ਆ ਜ਼ਿੰਦਗੀ ਆ, ਮੈਂ ਰੁਲਦਾ ਫਿਰਦਾ ਸੀ, ਮੇਰੀ ਕਿਸੇ ਨੇ ਚੂਨਾ ਮੰਡੀ 'ਚ ਬਾਤ ਨਹੀਂ ਪੁੱਛੀ। ਸਗੋਂ ਜਦੋਂ ਨਾਨੀ ਲੈ ਕੇ ਤੁਰੀ ਆ ਨਾ, ਕਿਸੇ ਨੇ ਰੱਖਣਾ ਤਾਂ ਕੀ ਸੀ, ਕਿਸੇ ਨੇ ਫੋਕੀ ਗੱਲ ਵੀ ਨਹੀਂ ਕਹੀ ਆਪਣੇ ਵੱਲੋਂ ਵੀ ਛੱਡ ਜਾ। ਉਲਟਾ ਇਹ ਕਹਿੰਦੇ ਰਹੇ ਆ, ਨਾ ਕੋਈ ਲੀੜਾ, ਨਾ ਕੋਈ ਕੱਪੜਾ, ਨਾ ਕੋਈ ਰੋਟੀ, ਨਾ ਟੁੱਕ, ਤੂੰ ਬਾਸਰ ਕੇ ਲਿਜਾ ਕੇ ਰਜਾਵੇਂਗੀ ਇਹਨੂੰ, ਉੱਥੇ ਵੀ ਤੁਸੀਂ ਨੰਗ ਮਲੰਗੇ ਹੋ। ਏਦਾਂ ਦੀਆਂ ਗੱਲਾਂ ਕੀਤੀਆਂ, ਉਲਟਾ ਕਿਸੇ ਨੇ ਸ਼ਾਬਾਸ਼ੀ ਕੀ ਦੇਣੀ ਆ। ਪਰ ਸੱਚ ਜਾਣਿਓ, ਜਿਨ੍ਹਾਂ ਨੂੰ ਰੱਬ ਨੇ ਸਵਾਰਨਾ ਹੋਵੇ ਨਾ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਤੇ ਰੱਬ ਠੋਕਰਾਂ ਵੀ ਮਾਰਦਾ, ਟਣਕਾ ਕੇ ਵੀ ਦੇਖਦਾ ਵੀ ਡੋਲਦਾ ਜਾਂ ਨਹੀਂ ਡੋਲਦਾ। ਇਹ ਰੱਬ ਦਾ ਨਿਯਮ ਹੈ। ਜੇ ਦਸ਼ਮੇਸ਼ ਪਿਤਾ ਨੂੰ ਰੱਬ ਜੀ ਨੇ ਕੁਝ ਬਖਸ਼ਿਆ ਨਾ, ਸੋਭਾ ਬਖਸ਼ੀ ਆ, ਵਡਿਆਈ ਬਖਸ਼ੀ ਆ, ਤਾਂ ਦਸ਼ਮੇਸ਼ ਪਿਤਾ ਜੀ ਦੀ ਜ਼ਿੰਦਗੀ 'ਚ ਇੱਕ ਠੋਕਰ ਨਹੀਂ, ਕਿੰਨੀਆਂ ਠੋਕਰਾਂ ਆਈਆਂ ਨੇ। ਇੱਕ ਨਹੀਂ, ਬੜੀਆਂ ਠੋਕਰਾਂ ਲੱਗੀਆਂ। ਠੋਕਰਾਂ ਵੀ ਬਹੁਤ ਭੈੜੀਆਂ ਨਾ ਝੱਲਣ ਯੋਗ।
पर गुरु रामदास महाराज जी नूं, बाबा जेठा जी नूं नानी चूना मंडी तो बासर के पिंड ले आई। चुपचाप रहिंदा, क्योंकि जे कोई दोस्त नहीं बनिया, कोई मित्र नहीं बनिया, किसी नाल कोई बहुता जान पछाण भी नहीं है। ते नानी कहंदी पुत्त देख तू न तां जी ला लेगा ते नले अपने घर दा गुजारा चली जाऊ। तैनू ना मैं अपने वल्लों घुंगणियां तैयार करके दे देनी, जानी कि छोलियां दीयां वक्कलियां, कणक दीयां वक्कलियां आदक, ते तू ये वक्कलियां घुंगणियां जाके बेचया कर, नले दो पैसे बन जा करनगे ते नले तेरा टाइम पास हो जा करूगा। ठीक है नानी मां, मैं जरूर ये काम करांगा। ते नानी मां ने ये काम ते अपने वल्लों अपने दोते नूं ला दिता। ये ते एक साडी दुनिया दा कानून आ, वैसे कानून बने ही आ, उते अमल किसे दा भी नहीं है। वो कानून किहड़ा गा भी बचपन दे विच कोई भी बच्चा, कोई भी बाल मजदूरी नहीं कर सकता बचपन दे विच। पर माफ करना है, साडी इंडिया दे विच, साडे समाज दे विच निक्के निक्के बच्चों नूं आपां आम ही दिहाड़ी करदे वेखदे आ, होटलां ते भांडे मांजदे वेखदे आ, कागज कूड़ा करकट इकट्ठा करदे वेखदे आ। पर कानून बनिया भी बाल मजदूरी करनी मना, केस पऊगा जिहड़ा बाल मजदूरी करवाऊगा ओहदे ते, पर चली जांदा। दूजा पॉइंट, धन गुरु रामदास महाराज जी ने बाल मजदूरी कीती। किसे मर्जी दुनिया दे विद्वान नूं पढ़ लो, ओदा बचपन स्कूलां दे विच गुजरदा, जवानी कॉलेज यूनिवर्सिटियां दे विच गुजरदी आ। पर धन गुरु रामदास महाराज बाबा जेठा जी दुनिया दे सब तो बड़े विग्यानी ने, सब तो बड़े विद्वान ने। पर माफ करना प्यार वाले, जो इतिहास नूं पढ़दे आ, सुनदे आ, मन दे विच बड़ी एक बरागमी अवस्था बनदी आ भी ओ मना वेख गुरु रामदास महाराज जी ने ना अपना बचपन किसे स्कूल दे विच, जवानी किसी कॉलेज दे विच नहीं गुजारी, पर फिर भी वो बाद दा इतिहास दसूगा ते गुरु रामदास महाराज कोल बख्शिशां किन्नियां ने। ये सिर्फ परमात्मा नाल प्यार, प्रतीत, भरोसा, यकीन, उन्हां दे अंदर ये भावना सी, प्यार सी। पर बचपन उन्हां दा जे गुजरिया तां ओह बासर कहंदियां गलियां विच घुंगणियां बेचदे दा गुजरिया, दिहाड़ी करदे दा, मेहनत करदे दा गुजरिया। पर मेहनत भी, बाल मजदूरी भी चंगी आ। क्यों? जे बच्चा बाल मजदूरी नहीं करूगा तां चेता रखियो चोरियां वाले रस्ते ते पै जाऊगा, वो ठगियां वाले रस्ते ते पै जाऊगा, वो नशे पत्तियां वाले रस्ते ते पै जू। अक्सर ही आपां अपने समाज दे विच वेखदे आ ते सियाणियां दे बड़े प्यारे बोल ने भी बच्चे नूं जे नशे तो बचाउणा उहनूं चंगी संगत च ला लो, जे नशे तो बचाउणा उहनूं किसे काम ते ला दो। पर जेड़े काम ते जां चंगी संगत विच पै जांदे ने, जिंदगी सवर जांदी आ ते जो बेलेपण च रह जांदे ने, माड़ी संगत च पै जांदे ने, उन्हां दी जिंदगी भाई बर्बाद हो जांदी आ। अक्सर ही अज आपां छोटे छोटे बच्चों नूं वेखदे आ किवें नशियां दे विच, माड़ी संगत विच फसे होए ने। सो वाहिगुरू भला करे। बाबा जेठा जी नूं माता जी घुंगणियां तैयार करके दे दिंदे आ ते वासर कहंदियां गलियां विच वेचदा। किवें वेचदा? घुंगणियां लै लो, घुंगणियां लै लो,
ਘੁੰਗਣੀਆਂ ਲੈ ਲਓ, ਬੜੇ ਪਿਆਰ ਦੇ ਨਾਲ ਆਵਾਜ਼ ਮਾਰਦਾ। ਤੇ ਕੋਈ ਆਉਂਦਾ 1 ਪੈਸੇ ਦੀ 2 ਪੈਸਿਆਂ ਦੀਆਂ, ਜਿਵੇਂ ਜਿਵੇਂ ਨਾਨੀ ਮਾਂ ਨੇ ਸਿਖਾ ਕੇ ਤੋਰਿਆ, 1 ਪੈਸੇ ਵਾਲੇ ਨੂੰ ਅੱਧਾ ਬੁੱਕ, 2 ਪੈਸੇ ਵਾਲਿਆਂ ਨੂੰ 1 ਬੁੱਕ, 3 ਪੈਸੇ ਵਾਲਿਆਂ ਨੂੰ 1.5 ਬੁੱਕ, ਉਵੇਂ ਉਵੇਂ ਘੁੰਗਣੀਆਂ ਦੇ ਦਿੰਦਾ। ਤੇ ਇਹ ਵੀ ਧਿਆਨ 'ਚ ਰੱਖਿਓ, ਘੁੰਗਣੀਆਂ ਖਾਂਦੇ ਕੌਣ ਨੇ? ਗਰੀਬ। ਗਰੀਬ ਤੋਂ ਸੌਦਾ ਗਰੀਬ ਹੀ ਲਊਗਾ, ਇਹ ਵੀ ਧਿਆਨ 'ਚ ਰੱਖਣ ਗੱਲਬਾਤ। ਹੁਣ ਮੰਨ ਲਓ ਜਿਹਦੇ ਕੋਲ 4 ਪੈਸੇ ਆ ਨਾ, ਉਹ ਛੋਟੀਆਂ ਦੁਕਾਨਾਂ ਤੇ ਨਹੀਂ, ਵੱਡੇ ਸ਼ੋਰੂਮਾਂ ਜਾਂਦਾ। ਅਗਲਾ ਕਹਿੰਦਾ ਇੱਥੇ ਨਹੀਂ, ਮੈਂ ਤਾਂ ਵੱਡੀਆਂ ਜਿਹੜੀਆਂ ਬ੍ਰਾਂਡਡ ਦੁਕਾਨਾਂ ਨਾ, ਵੱਡੇ ਸ਼ੋਰੂਮ ਨੇ, ਉੱਥੋਂ ਹੀ ਖਰੀਦੂਗਾ। ਮਤਲਬ ਹੀ ਨਹੀਂ ਮੈਂ ਛੋਟੀ ਦੁਕਾਨ ਤੇ ਪਹੁੰਚਾ। ਛੋਟੀ ਦੁਕਾਨ ਤੇ ਜਾਣਾ ਬੰਦਾ ਹੱਦ ਕਮਾਉਂਦਾ, ਪਰ ਛੋਟੀ ਤੇ ਜਾਂਦਾ ਕੌਣ ਆ? ਜਿਹੜਾ ਖੁਦ ਛੋਟਾ। ਹੁਣ ਘੁੰਗਣੀਆਂ ਵੇਚਣ ਵਾਲਾ ਵੀ ਛੋਟਾ ਤੇ ਘੁੰਗਣੀਆਂ ਖਰੀਦਣ ਵਾਲਾ ਵੀ ਛੋਟਾ। ਬਾਬਾ ਜੇਠਾ ਜੀ ਰੋਜ਼ ਦੀ ਇਦਾਂ ਦੀ ਕਿਰਿਆ ਕਰਦੇ ਆ। ਜੋ ਬਚਤਾ, ਜੋ ਵਟਤਾ, ਨਾਨੀ ਜੀ ਨੂੰ ਜਾ ਕੇ ਦੇ ਦਿੰਦੇ ਨੇ। ਨਾਨੀ ਹੋਰ ਘੁੰਗਣੀਆਂ ਬਣਾ ਦਿੰਦੀ ਆ ਤੇ ਲੈ ਕੇ ਤੁਰ ਪੈਂਦੇ ਨੇ। ਇੱਕ ਦਿਨ ਇੱਕ ਅਜਿਹਾ ਕੌਤਕ ਵਰਤਿਆ, ਘਟਨਾ ਵਾਪਰੀ। ਰਸਤੇ ਦੇ ਵਿੱਚੋਂ ਦੀ ਬਾਬਾ ਜੇਠਾ ਜੀ ਜਾਂਦੇ ਨੇ। ਅੱਗੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਆ। ਕੋਈ ਮਾਂ ਆਪਣੇ ਬੱਚੇ ਨੂੰ ਆਵਾਜ਼ ਮਾਰਦੀ ਆ, ਪੁੱਤ ਰੋਟੀ ਛਕ ਲਾ, ਪੁੱਤ ਸਿਰ ਵਹਾਲਾ, ਪੁੱਤ ਫਲਾਨਾ ਕੰਮ ਕਰ ਲਾ। ਬਾਬਾ ਜੇਠਾ ਜੀ ਨੂੰ ਆਵਾਜ਼ ਸੁਣਦੀ ਆ, ਪਰ ਇਹ ਆਵਾਜ਼ ਨਾ ਬੱਚਿਆਂ ਨੂੰ ਗਲੀਆਂ 'ਚ ਵੱਜਦੀ ਆ, ਨਾ ਕਿ ਬਾਬਾ ਜੇਠਾ ਜੀ ਨੂੰ। ਜੇਠਾ ਜੀ ਵੀ ਖੁਦ ਬੱਚੇ ਨੇ। ਮਨ ਤਰਸਿਆ ਪਿਆ, ਮੈਨੂੰ ਵੀ ਕੋਈ ਪੁੱਤ ਕਹਿ ਕੇ ਬੁਲਾਵੇ। ਪਰ ਪੁੱਤ ਕਹਿਣ ਵਾਲਾ ਹੈ ਕੌਣ? ਕੋਈ ਵੀ ਨਹੀਂ ਹੈ। ਮਾਂ ਨੇ ਪੁੱਤ ਕਹਿਣਾ ਨਾ, ਪਿਓ ਨੇ ਪੁੱਤ ਕਹਿਣਾ ਨਾ, ਕੌਣ ਹੈ? ਕੋਈ ਨਹੀਂ ਹੈ। ਇਦਾਂ ਸੋਚਦਾ ਜਾ ਰਿਹਾ ਹੈਗਾ, ਕੌਣ ਹੈ ਪੁੱਤ ਕਹਿ ਕੇ ਬੁਲਾਵੇਗਾ? ਚਲੋ ਜੇਠਿਆ ਤੈਨੂੰ ਕਿਹਨੇ ਬੁਲਾਉਣਾ? ਇੰਨੇ ਨੂੰ ਇੱਕ ਕੋਈ ਰੱਬ ਦਾ ਫਕੀਰ ਆ, ਰੱਬ ਦਾ ਬੰਦਾ ਪਿਆਰਾ, ਉਹਨੇ ਆਵਾਜ਼ ਮਾਰੀ, ਪੁੱਤ ਰੁਕੀ। ਕੰਨਾਂ ਨੇ ਆਵਾਜ਼ ਸੁਣ ਤਾਂ ਲੈਤੀ, ਪਰ ਅਮਲ ਨਹੀਂ ਕੀਤਾ। ਨਾ ਜੇਠਾ ਤੈਨੂੰ ਕਿਹਨੇ ਆਵਾਜ਼ ਮਾਰਨੀ ਆ? ਫਿਰ ਆਵਾਜ਼ ਪੈਂਦੀ ਆ, ਪੁੱਤ ਰੁਕ ਜਾ। ਪਰ ਫਿਰ ਵੀ ਸੋਚਦਾ ਨਹੀਂ ਨਹੀਂ, ਤੈਨੂੰ ਕਿਹਨੇ ਆਵਾਜ਼ ਮਾਰਨੀ ਆ, ਰਹਿਣ ਦੇ। ਫਿਰ ਆਵਾਜ਼ ਮਾਰੀ, ਘੁੰਗਣੀਆਂ ਵਾਲੇ ਪੁੱਤਰਾ ਰੁਕ। ਹੁਣ ਰੁਕਣਾ ਪੈ ਗਿਆ। ਜਦੋਂ ਬਾਬਾ ਜੇਠਾ ਜੀ ਰੁਕੇ ਆ ਨਾ, ਇੱਕ ਬਜ਼ੁਰਗ ਰੱਬ ਦਾ ਪਿਆਰਾ ਕੋਲ ਆ ਗਿਆ। ਕਹਿੰਦਾ ਪੁੱਤ, ਬੜੇ ਪਿਆਰ ਨਾਲ, ਬੜੇ ਠੰਮੇ ਦੇ ਨਾਲ, ਬੜੇ ਸਤਿਕਾਰ ਦੇ ਨਾਲ ਇਹ ਲਫ਼ਜ਼ ਬੋਲਿਆ, ਭੁੱਖ ਬਹੁਤ ਲੱਗੀ ਆ, ਘੁੰਗਣੀਆਂ ਛਕਾ ਦੇ। ਬਾਬਾ ਜੇਠਾ ਜੀ ਕਹਿੰਦੇ ਬਾਬਾ ਜੀ ਜ਼ਰੂਰ ਛਕਾਵਾਂਗਾ। ਇਹ ਘੁੰਗਣੀਆਂ ਨਾ ਮੈਂ ਛਕਾਉਣ ਵਾਸਤੇ ਘਰੋਂ ਲੈ ਕੇ ਤੁਰਦਾ। ਤੇ ਉਹ ਬਜ਼ੁਰਗ ਬੋਲ ਪਿਆ, ਕਹਿੰਦਾ ਪੁੱਤ ਮੈਂ ਘੁੰਗਣੀਆਂ ਛਕਣੀਆਂ ਨੇ, ਭੁੱਖ ਲੱਗੀ ਆ, ਪਰ ਮੈਨੂੰ ਪਤਾ ਵੀ ਤੂੰ ਵੀ ਮਜਬੂਰ ਆ। ਨਿੱਕੀ ਉਮਰ ਦੇ ਵਿੱਚ ਐਡੀ ਵੱਡੀ ਮਿਹਨਤ ਕਰਦਾ, ਨਿੱਕੀ ਉਮਰੇ ਮਿਹਨਤ ਕਰਦਾ ਨਾ, ਟੋਕਰੀ ਚੱਕਦਾ, ਤੁਰਦਾ, ਸਾਰਾ ਦਿਨ ਹੋਕੇ ਮਾਰਦਾਗਾ, ਫਿਰ ਤੈਨੂੰ 2 ਪੈਸੇ 2 ਆਨੇ ਬਣਦੇ ਨੇ। ਪਰ ਗੱਲ ਇਹ ਆ ਬੇਟਾ, ਮੇਰੇ ਕੋਲੇ ਤੈਨੂੰ ਦੇਣ ਵਾਸਤੇ ਕੁਛ ਨਹੀਂ। ਭੁੱਖ ਲੱਗੀ ਆ, ਘੁੰਗਣੀਆਂ ਛਕਣ ਨੂੰ ਚਿੱਤ ਮੰਨਦਾ, ਪਰ ਇਹ ਘੁੰਗਣੀਆਂ ਦੇ ਬਦਲੇ ਲੋਕੀ ਤੈਨੂੰ ਟਕੇ ਪੈਸੇ ਦਿੰਦੇ ਨੇ, ਪਰ ਮੇਰੇ ਕੋਲੇ ਕੋਈ ਟਕਾ ਪੈਸਾ ਨਹੀਂ ਹੈ, ਮੈਂ ਘੁੰਗਣੀਆਂ ਛਕਣੀਆਂ। ਬਾਬਾ ਜੇਠਾ ਜੀ ਨੇ ਆਪਣੇ ਅੰਦਰੇ ਅੰਦਰ ਖਿਆਲ ਬਣਾਇਆ, ਕਹਿੰਦਾ ਬਾਬਾ ਜਿਹੜਾ ਘੁੰਗਣੀਆਂ ਛਕਣ ਦੇ ਬਦਲੇ ਮੈਨੂੰ ਮੁੱਲ ਤੈਂ ਦਿੱਤਾ ਨਾ,
ਇਹ ਮੈਨੂੰ ਬਾਸਰਕਿਆਂ ਦੀਆਂ ਗਲੀਆਂ ਵਿੱਚ ਕਿਤੇ ਵੀ ਨਹੀਂ ਮਿਲਿਆ। ਆਹ ਮੁੱਲ ਮੈਨੂੰ ਕਿਤੇ ਵੀ ਨਹੀਂ ਮਿਲਿਆ ਜਿਹੜੇ ਰੇਟ ਦੀਆਂ ਤੂੰ ਘੁੰਗਣੀਆਂ ਖਰੀਦ ਰਿਹਾਗਾ। ਆਪਣੇ ਮਨ 'ਚ ਹੀ ਸੋਚਿਆ, ਪਰ ਕਿਹਾ ਕੁਛ ਨਹੀਂ। ਹੁਣ ਆਪਾਂ ਸੋਚੋ ਵੀ ਬਾਬਾ ਜੇਠਾ ਜੀ ਨੂੰ ਬਜ਼ੁਰਗ ਕਹਿੰਦਾ ਵੀ ਮੈਂ ਦੇਣਾ ਕੁਛ ਨਹੀਂ, ਮੇਰੇ ਕੋਲ ਹੈ ਕੁਛ ਨਹੀਂ, ਘੁੰਗਣੀਆਂ ਛਕਣੀਆਂ ਜ਼ਰੂਰ ਆ, ਪਰ ਬਾਬਾ ਜੇਠਾ ਜੀ ਕਹਿੰਦੇ ਤੂੰ ਮੈਨੂੰ ਦੇ ਬਹੁਤ ਕੁਛ ਦਿੱਤਾ। ਕੀ ਦਿੱਤਾ? ਕਿਉਂਕਿ ਬਾਬਾ ਜੇਠਾ ਜੀ ਨੂੰ ਨਾ ਇਹ ਬਜ਼ੁਰਗ ਨੇ ਪੁੱਤ ਕਹਿ ਕੇ ਆਵਾਜ਼ ਮਾਰੀ, ਤੇ ਬਾਬਾ ਜੇਠਾ ਜੀ ਦੇ ਕੰਨ ਪੁੱਤ ਕਹਾਉਣ ਨੂੰ ਤਰਸਦੇ ਸੀ। ਪੁੱਤ ਕਹਿਣ ਵਾਲਾ ਅਜੇ ਤੱਕ ਕੋਈ ਵੀ ਨਹੀਂ ਸੀ ਆਇਆ। ਮਾਂ ਨੇ ਪੁੱਤ ਕਹਿਣਾ ਸੀ, ਉਹ ਵੀ ਹੈ ਨਹੀਂ। ਪਿਓ ਨੇ ਪੁੱਤ ਕਹਿਣਾ ਸੀ, ਉਹ ਵੀ ਹੈ ਨਹੀਂ। ਪਰ ਬਾਸਰਕਿਆਂ ਦੀਆਂ ਗਲੀਆਂ ਵਿੱਚ ਨਾ ਜੇ ਕਿਸੇ ਨੇ ਪੁੱਤ ਕਹਿਣਾ ਸੀ, ਪੁੱਤ ਕਹਿਣ ਦੀ ਬਜਾਏ ਕਲਹਿਣਾ ਕਹਿ ਕੇ ਬੁਲਾਉਂਦੇ ਸੀ। ਚੇਤਾ ਰੱਖਿਓ, ਇੱਥੋਂ ਤੱਕ ਕਿਹਾ ਜਾਂਦਾ ਸੀ ਬੱਚਿਆਂ ਨੂੰ ਵੀ ਇਹਦੇ ਨਾਲ ਨਹੀਂ ਖੇਡਣਾਗਾ, ਇਹਦੇ ਨਾਲ ਮਿਲਣਾ ਨਹੀਂ ਤੁਸੀਂ। ਇਦਾਂ ਦੀਆਂ ਗੱਲਾਂ ਕਰੀਆਂ ਜਾਂਦੀਆਂ ਸੀ। ਉਹ ਵਿੱਚੋਂ ਦੀ ਮੈਂ ਗੱਲ ਕਹਿ ਦੇਵਾਂ, ਕਹਿੰਦੇ ਨਾ ਇੱਕ ਵਾਰ ਬਾਬਾ ਜੇਠਾ ਜੀ ਜਦੋਂ ਆਪਣੇ ਨਾਨਕੇ ਘਰ ਪਹੁੰਚਦੇ ਨੇ, ਨਾਨੀ ਨੇ 2-4 ਬੱਚਿਆਂ ਨਾਲ ਜਾਣ ਪਛਾਣ ਕਰਵਾਤੀ, ਇੰਨੇ ਹੋਰਾਂ ਨਾਲ ਹੋ ਗਈ। ਹੁਣ ਰੋਜ਼ ਦੇ ਨੇਮ ਮੁਤਾਬਕ ਖੇਡਣਾ ਸ਼ੁਰੂ ਕਰਤਾ ਬੱਚਿਆਂ ਨਾਲ, ਬੱਚੇ ਨੇ ਖੇਡਣਾ ਹੀ ਆ। ਪਰ ਨਾ ਇੱਕ ਦਿਨ ਐਸੀ ਕਹਾਣੀ ਵਾਪਰੀ, ਜਿੰਨੇ ਬੱਚੇ ਬਾਬਾ ਜੇਠਾ ਜੀ ਨਾਲ ਖੇਡ ਰਹੇ ਨੇ ਉਹਨਾਂ ਦੀਆਂ ਮਾਵਾਂ ਆਈਆਂ। ਜਿਹੜੀ ਗੱਲ ਆਪਾਂ ਕਹਿੰਦੇ ਆ ਨਾ, ਮਾਂ ਨੇ ਪੁੱਤ ਤਾਂ ਕੀ ਕਹਿਣਾ ਸੀ, ਕਲਹਿਣਾ ਕਹਿ ਕੇ ਬੁਲਾਉਂਦੇ ਨੇ। ਪੁੱਤ ਤਾਂ ਕੀ ਕਹਿਣਾ ਸੀ, ਸਗੋਂ ਆਪਣੇ ਜਵਾਕਾਂ ਨੂੰ ਇਹ ਕਹਿੰਦੇ ਨੇ ਇਹਦੇ ਨਾਲ ਖੇਡਣਾ ਨਹੀਂ, ਇਹਨੂੰ ਮੱਥੇ ਨਾਲ ਲਾਇਆ ਕਰੋ, ਇਹ ਨਕੰਮਾਗਾ, ਘਟੀਆਗਾ। ਆਹ ਲਫ਼ਜ਼ ਕਹੇ ਜਾਂਦੇ ਸਨ। ਤੇ ਜਿੱਥੇ ਬਾਬਾ ਜੇਠਾ ਜੀ ਖੇਡ ਰਹੇ ਸੀ ਨਾ, ਉੱਥੇ ਉਹ ਬੱਚਿਆਂ ਦੀਆਂ ਮਾਵਾਂ ਆਈਆਂ ਤੇ ਆ ਕੇ ਆਪਣੇ ਬੱਚਿਆਂ ਦੀਆਂ ਬਾਹਾਂ ਫੜ ਕੇ ਨਾ ਘਰੇ ਲੈ ਗਈਆਂ ਤੇ ਜਾ ਕੇ ਆਪਣੇ ਬੱਚਿਆਂ ਨੂੰ ਝਿੜਕਦੀਆਂ ਨੇ, ਇਹਦੇ ਨਾਲ ਅੱਜ ਤੋਂ ਬਾਅਦ ਖੇਡਣਾ ਨਹੀਂ, ਕਲਹਿਣਾ, ਇਹਨੂੰ ਮੱਥੇ ਨਹੀਂ ਲਾਉਣਾ। ਬਾਬਾ ਜੇਠਾ ਜੀ ਨੇ ਆਹ ਸੀਨ ਨਾ ਆਪਣੀਆਂ ਅੱਖਾਂ ਨਾਲ ਦੇਖਿਆ, ਆਪਣੇ ਕੰਨਾਂ ਨਾਲ ਸੁਣਿਆ ਤੇ ਚੁੱਪਚਾਪ ਜਾ ਕੇ ਮੰਜੀ ਤੇ ਬੈਠ ਗਿਆ। ਨਾਨੀ ਕੋਲ ਆਈ, ਆ ਕੇ ਪੁੱਛਦੀ ਆ, ਪੁੱਤ ਕੀ ਗੱਲ, ਖੇਡਣ ਨੂੰ ਜੀ ਨਹੀਂ ਕਰਦਾ? ਕੀ ਗੱਲ ਪੁੱਤ, ਤੇਰਾ ਕੋਈ ਦੋਸਤ ਨਹੀਂ ਬਣਿਆ ਪੱਕਾ? ਕੀ ਗੱਲ ਪੁੱਤ, ਇਹਨੂੰ ਬੱਚੇ ਖਿਡਾਉਂਦੇ ਨਹੀਂ? ਪਰ ਬਾਬਾ ਜੇਠਾ ਜੀ ਚੁੱਪ ਨੇ। ਨਾਨੀ ਫਿਰ ਪੁੱਛਦੀ ਹੈ, ਪੁੱਤ ਖੇਡਣ ਨੂੰ ਜੀ ਨਹੀਂ ਕਰਦਾ? ਕਹਿੰਦਾ ਨਾਨੀ ਮਾਂ ਜੀ ਤਾਂ ਕਰਦਾ। ਕੋਈ ਦੋਸਤ ਨਹੀਂ ਬਣਿਆ ਪੱਕਾ? ਨਹੀਂ ਮਾਂ, ਬੱਚੇ ਦੋਸਤ ਬਹੁਤ ਬਣ ਗਏ। ਕੀ ਗੱਲ ਫਿਰ ਤੂੰ ਖੇਡਦਾ ਕਿਉਂ ਨਹੀਂ? ਕਿਸੇ ਨੇ ਕੁਝ ਕਹਿਤਾ? ਬਹੁਤ ਵੱਡਾ ਹੌਂਕਾ ਭਰ ਕੇ ਬਾਬਾ ਜੇਠਾ ਜੀ ਨੇ ਦੱਸਿਆ, ਨਾਨੀ ਮਾਂ ਕੀ ਦੱਸਾਂ, ਬੱਚੇ ਦੋਸਤ ਵੀ ਬਣ ਗਏ, ਖੇਡਣ ਨੂੰ ਜੀ ਵੀ ਕਰਦਾ, ਖਿਡਾਉਂਦੇ ਵੀ ਆ, ਪਰ ਜਿੰਨੇ ਬੱਚੇ ਮੇਰੇ ਦੋਸਤ ਬਣ ਗਏ ਨਾ ਮਾਂ, ਉਹਨਾਂ ਬੱਚਿਆਂ ਦੀਆਂ ਮਾਵਾਂ ਆਈਆਂ, ਉਹ ਬਾਹਾਂ ਫੜ ਕੇ ਲੈ ਗਈਆਂ ਤੇ ਅੱਗੋਂ ਕਹਿੰਦੀਆਂ ਇਹਦੇ ਨਾਲ ਖੇਡਣਾ ਨਹੀਂ, ਇਹਨੂੰ ਮੱਥੇ ਨਹੀਂ ਲਾਉਣਾ, ਇਹ ਕਲਹਿਣਾ, ਇਹ ਤੋਂ ਪਾਸਾ ਵੱਟ ਕੇ ਰੱਖਿਆ ਕਰੋ। ਨਾਨੀ ਮਾਂ ਸੱਚੀ ਮੁੱਚੀ ਮੈਂ ਇੰਨਾ ਮਾੜਾ ਵੀ ਮੈਨੂੰ ਕੋਈ ਮੱਥੇ ਨਾ ਲਾਵੇ, ਵੀ ਜੇ ਮੈਂ ਕਿਸੇ ਦੇ ਮੱਥੇ ਲੱਗ ਜਾਣਾ ਤਾਂ ਉਹ ਲੋਕ ਬੁਰਾ ਕਿਉਂ ਮੰਨਦੇ ਨੇ? ਮਾਂ ਮੈਂ ਸੱਚੀ ਮੁੱਚੀ ਕਲਹਿਣਾਗਾ। ਕੀ ਗੱਲ? ਨਾਨੀ ਮਾਂ ਮੇਰੇ 'ਚ ਅਜਿਹਾ ਕਿਹੜਾ ਔਗਣ ਆ ਜਿਹੜਾ ਮੈਨੂੰ ਬਾਸਰਕਿਆਂ ਦੀਆਂ ਗਲੀਆਂ ਵਿੱਚ ਬੱਚਿਆਂ ਨਾਲ ਖੇਡਣ ਤੇ ਇਹ ਮਾਵਾਂ, ਇਹ ਬੱਚਿਆਂ ਦੀਆਂ ਚਾਚੀਆਂ ਤਾਈਆਂ ਇੰਨੀ ਨਫ਼ਰਤ ਕਰਦੀਆਂ ਨੇ? ਨਾਨੀ ਨੇ ਘੁੱਟ ਕੇ ਸੀਨੇ ਦੇ ਨਾਲ ਲਾ ਲਿਆ, ਕਹਿੰਦੀ ਪੁੱਤ ਇਹ ਤਾਂ ਰੱਬ ਹੀ ਜਾਣਦਾ ਵੀ ਤੂੰ ਚੰਗਾ ਕਿ ਮਾੜਾ, ਇਹ ਤਾਂ ਮਾਲਕ ਹੀ ਜਾਣਦਾ ਵੀ ਤੇਰੇ ਵਿੱਚ ਕਿਹੜਾ ਔਗਣ ਹੈਗਾ। ਨਾਨੀ ਨੂੰ ਪਤਾ ਵੀ ਗੱਲਾਂ ਕਿਉਂ ਕਹੀਆਂ ਜਾਂਦੀਆਂ ਨੇ, ਇਹ ਸਾਡੇ ਸਮਾਜ ਦਾ ਨਮੂਨਾ, ਸਾਡੇ ਸਮਾਜ ਦੀ ਬਣਤਰ ਆ, ਅੱਜ ਵੀ ਇਹ ਕੁਛ ਚੱਲਦਾ।
ਇਹ ਨਹੀਂ ਵੀ ਅੱਜ ਬੰਦ ਹੋ ਗਿਆ, ਅੱਜ ਵੀ ਇਦਾਂ ਹੀ ਚੱਲਦਾ। ਜਿਹੜੇ ਬੱਚੇ ਦੇ ਮਾਪੇ ਚੜ੍ਹਾਈ ਕਰ ਜਾਣ, ਬਾਪ ਮਾਂ ਚੜ੍ਹਾਈ ਕਰ ਜੇ, ਉਹਨਾਂ ਨਾਲ ਦੁਨੀਆ ਇਦਾਂ ਦਾ ਦੁਰਵਿਹਾਰ ਹੀ ਕਰਦੀ ਆ, ਲੋਕ ਮਾੜੀ ਨਿਗਾਹ ਨਾਲ ਵੇਖਦੇ ਨੇ। ਫੇਰ ਨਾਨੀ ਨੇ ਘੁੰਗਣੀਆਂ ਵੇਚਣ ਲਾਇਆ ਸੀ, ਪੁੱਤ ਤੂੰ ਹੁਣ ਖੇਡਣੀ ਬੰਦ ਕਰ, ਕੋਈ ਨਾ ਤੂੰ ਨਾ ਟਾਈਮ ਪਾਸ ਕਰ, ਆਪਣਾ ਬਿਜੀ ਰਿਹਾ ਕਰ, ਤੂੰ ਇਹਨਾਂ ਬੰਨੀ ਧੱਕੇ ਹੀ ਨਾ ਕਰ, ਜੇ ਤੈਨੂੰ ਕੋਲੇ ਸਕੂਲੇ ਮਿਲ ਜੇ ਖੇਡ ਲਿਆ ਕਰ 10 ਮਿੰਟ, ਨਹੀਂ ਖੇਡਿਆ ਨਾ ਕਰ ਪੁੱਤ, ਰਹਿਣ ਦੇ, ਤੂੰ ਮੁੜ ਕੇ ਇਹਨਾਂ ਦੇ ਵਿੱਚ ਨਾ ਜਾਈ। ਨਾਨੀ ਨੇ ਰੋਕਤਾ। ਜਾਣ ਨੂੰ ਚਿੱਤ ਵੀ ਨਹੀਂ ਮੰਨਦਾ ਜਦੋਂ ਇਦਾਂ ਦੇ ਲਫ਼ਜ਼ ਸੁਣਨ ਨੂੰ ਮਿਲਣ। ਫਿਰ ਬਾਬਾ ਜੇਠਾ ਜੀ ਘੁੰਗਣੀਆਂ ਵੇਚਣ ਲੱਗੇ ਨੇ, ਤੇ ਆਪਣੀ ਗੱਲ ਫਿਰ ਉੱਥੇ ਰਹੀਏ। ਅੱਜ ਦੁਨੀਆ ਦੇ ਵਿੱਚ ਇਹ ਬੋਲ ਤਾਂ ਸੁਣੇ ਨੇ, ਕੋਈ ਕਲਹਿਣਾ ਕਹਿੰਦਾ, ਕੋਈ ਕਿਵੇਂ ਕਹਿੰਦਾ, ਕੋਈ ਕਿਵੇਂ ਕਹਿੰਦਾ, ਇਦਾਂ ਦੇ ਲਫ਼ਜ਼ ਤਾਂ ਦੁਨੀਆ ਬੋਲਦੀ ਆ, ਪਰ ਕਿਸੇ ਨੇ ਪੁੱਤ ਕਹਿ ਕੇ ਆਵਾਜ਼ ਨਹੀਂ ਸੀ ਮਾਰੀ। ਅੱਜ ਨਾਨਕੇ ਘਰ ਪਹੁੰਚੇ ਨੂੰ ਕਿਸੇ ਨੇ ਪਹਿਲੀ ਵਾਰ ਪੁੱਤ ਕਹਿ ਕੇ ਆਵਾਜ਼ ਮਾਰੀ ਆ। ਤੇ ਉਹ ਕੌਣ ਹੈ? ਉਹ ਇੱਕ ਰੱਬ ਦਾ ਬੰਦਾ, ਇੱਕ ਫਕੀਰ ਹੈ, ਇੱਕ ਦਾਨਾ ਪੁਰਖਾ, ਸਿਆਣਾ ਬਜ਼ੁਰਗ ਆ। ਕਹਿੰਦਾ ਪੁੱਤ ਮੇਰੇ ਕੋਲੇ ਤੈਨੂੰ ਦੇਣ ਨੂੰ ਕੁਛ ਨਹੀਂ, ਪਰ ਜੀ ਕਰਦਾ ਮੈਂ ਘੁੰਗਣੀਆਂ ਖਾਵਾਂ, ਮੈਨੂੰ ਭੁੱਖ ਲੱਗੀ ਆ। ਬਾਪੂ ਜੋ ਤੂੰ ਦਿੱਤਾ ਨਾ, ਇਹ ਮੈਨੂੰ ਕਿਸੇ ਨੇ ਵੀ ਨਹੀਂ ਦਿੱਤਾ। ਜੋ ਤੇਰੇ ਕੋਲੋਂ ਮਿਲਿਆ ਸ਼ਾਇਦ ਮੈਨੂੰ ਇਹ ਕਦੇ ਵੀ ਨਾ ਮਿਲੇ। ਕੋਈ ਗੱਲ ਨਹੀਂ, ਜਿੰਨਾ ਤੇਰਾ ਚਿੱਤ ਮੰਨਦਾ ਤੂੰ ਘੁੰਗਣੀਆਂ ਖਾ। ਬਾਬਾ ਜੇਠਾ ਜੀ ਨੇ 1 ਬੁੱਕ ਦਿੱਤਾ, 2 ਬੁੱਕ ਦਿੱਤੇ, ਭੁੱਖ ਲੱਗੀ ਆ, 1-2 ਬੁੱਕ ਘੁੰਗਣੀਆਂ ਦੇ ਖਾਧੇ। ਫਿਰੀ ਵੇਖ ਕੇ ਇਧਰੋਂ ਉਧਰੋਂ ਹੋਰ ਆ ਗਏ, ਧਿਆਨ ਦਿਓ, ਫਿਰੀ ਵੇਖ ਕੇ ਨਾ ਇਧਰੋਂ ਉਧਰੋਂ ਹੋਰ ਆ ਗਏ। ਇੱਕ ਗੱਲ ਮੈਂ ਇੱਥੇ ਵਿੱਚੋਂ ਦੀ ਆਪਣੇ ਸਾਰਿਆਂ ਦੇ, ਮੈਂ ਵੀ ਤੁਹਾਡੇ ਵਿੱਚੋਂ ਹੀ ਆ, ਜੇ ਮੈਂ ਬੋਲ ਰਿਹਾ ਤਾਂ ਮੈਂ ਸੁਣ ਵੀ ਰਹਾਂਗਾ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ। ਮਰਦਾਨੇ ਨੇ ਕਦੇ ਕਿਸੇ ਦੇ ਘਰੋਂ ਫਰੀ ਦੇ ਵਿੱਚ ਭੋਜਨ ਨਹੀਂ ਸੀ ਛਕਿਆ। ਜੇ ਛਕਿਆ ਨਾ ਤਾਂ ਮਰਦਾਨਾ ਕੁਝ ਨਾ ਕੁਝ ਦੇ ਕੇ ਆਇਆ। ਉਹਦੇ ਬਦਲੇ ਚਾਹੇ ਕਿਸੇ ਨੂੰ ਗਿਆਨ ਦੇਤਾ, ਉਹਦੇ ਬਦਲੇ ਚਾਹੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਨਿਸ਼ਾਨੀ ਦੇਤੀ, ਕੋਈ ਗਿਫਟ ਦੇਤਾ, ਕੁਛ ਵੀ ਦੇਤਾ, ਪਰ ਫਰੀ ਨਹੀਂ ਛਕਿਆ। ਆਪਾਂ ਨੂੰ ਪਤਾ ਨਾ ਵੀ ਜਦੋਂ ਸਾਲਸਰਾਏ ਨੂੰ ਮਿਲਦੇ ਨੇ ਜਾ ਕੇ, ਹੀਰਾ ਮਰਦਾਨੇ ਕੋਲੇ ਤੇ ਹੀਰਾ ਦੁਕਾਨਾਂ ਤੇ ਲੈ ਕੇ ਫਿਰਦਾ, ਕੋਈ ਖਰੀਦ ਲਵੋ, ਤੇ ਦੁਕਾਨਾਂ ਵਾਲੇ ਕੀ ਕਹਿੰਦੇ ਆ, ਫਰੀ ਚ ਸਮਾਨ ਲੈ ਜਾ, ਪਰ ਹੀਰਾ ਖਰੀਦਣ ਦਾ ਸਾਡੇ ਕੋਲੇ ਧਨ ਦੌਲਤ ਇੰਨੀ ਨਹੀਂ ਹੈ। ਤੇ ਅੱਗੋਂ ਮਰਦਾਨਾ ਜਵਾਬ ਦਿੰਦਾਗਾ, ਨਹੀਂ ਫਰੀ ਮੈਂ ਨਹੀਂ ਲੈ ਕੇ ਜਾਣਾ, ਮੇਰੇ ਬਾਬੇ ਦਾ ਸਿਧਾਂਤ ਆ। ਕੁਦਰਤੀ ਸਾਡੀ ਦੁਨੀਆ ਦਾ ਇੱਕ ਨੇਮ ਆ, ਇੱਕ ਸਾਡਾ ਨਾ ਸਿਧਾਂਤ ਆ, ਨੇਮ ਆ, ਅਸੀਂ ਫਰੀ ਦੇ ਵਿੱਚ ਜੋ ਮਰਜ਼ੀ ਮਿਲੇ ਅਸੀਂ ਲੈ ਲੈਂਦੇ। ਸੋ ਵਾਹਿਗੁਰੂ ਭਲਾ ਕਰੇ। ਮੈਂ ਨਹੀਂ ਕਹਿੰਦਾ ਵੀ ਨਾ ਲਓ, ਲੈ ਲਓ ਫਰੀ ਦੇ ਵਿੱਚ, ਪਰ ਇੱਕ ਗੁਰੂ ਕੋਲੇ ਨਾ ਅਰਦਾਸ ਕਰਕੇ ਭਾਵਨਾ ਇਹ ਬਣਾਓ ਵੀ ਸੱਚੇ ਪਾਤਸ਼ਾਹ ਦੁਨੀਆ ਦੇ ਵਿੱਚੋਂ ਮੈਨੂੰ ਜੋ ਕਿਤੋਂ ਕੁਛ ਮਿਲੇ ਨਾ, ਉਹਦੇ ਬਦਲੇ ਮੈਂ ਕਿਸੇ ਨੂੰ ਕੁਛ ਦੇ ਦੇਵਾਂ। ਮੈਥੋਂ ਨਾ ਕਦੇ ਆਹ ਕੰਮ ਨਾ ਕਰਵਾਈ, ਮੈਂ ਕਦੇ ਕਿਸੇ ਤੋਂ ਕੋਈ ਫਰੀ ਵਸਤੂ ਲਵਾਂ। ਇਹ ਮਾਲਕ ਅੱਗੇ ਅਰਦਾਸ ਕਰਿਓ। ਤੇ ਪਰ ਦੁਨੀਆ ਦਾ ਸੁਭਾਅ, ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਵੀ ਫਰੀ ਦਾ ਖਾਣਾ ਤੇਰੇ ਲਈ ਸਹੀ ਨਹੀਂ, ਤਾਂ ਉਹ ਤੇ ਅਮਲ ਕਰਨਾ, ਉਹ ਤੇ ਪਹਿਰਾ ਦੇਣਾ ਕਹਿ ਲੋ, ਉਸ ਸਿਧਾਂਤ ਨੂੰ ਮੰਨਣਾ ਸਿੱਖ ਦਾ ਫਰਜ਼ ਆ। ਹੱਕ ਪਰਾਇਆ ਨਾਨਕਾ ਉਸ ਸੂਆ ਰਸ ਗਾਏ। ਅੱਜ ਸਾਡੇ ਸਮਾਜ ਵਿੱਚ ਫਰੀ ਵਾਲੀ ਬਣਤਰ ਬਹੁਤ ਬਣ ਚੁੱਕੀ ਆ। ਹੁਣ ਧੜਾ ਆਪਾਂ ਨੂੰ ਪਤਾ ਨਾ, ਲੀਡਰਾਂ ਵੱਲੋਂ ਵੀ ਫਰੀ ਆਪਸ਼ਨਾਂ ਬਹੁਤ ਦਿੱਤੀਆਂ ਜਾਂਦੀਆਂ ਨੇ, ਆ ਵੀ ਫਰੀ, ਆ ਵੀ ਫਰੀ, ਆ ਵੀ ਫਰੀ, ਆ ਵੀ ਫਰੀ। ਅੱਛਾ ਮੰਨ ਲਓ ਕਹਿੰਦੇ ਪੜ੍ਹਾਈ ਫਰੀ, ਤੇ ਮੁਆਫ ਕਰਨਾ, ਮੈਂ ਦੁਖਾਂਤ ਜੀ ਨਹੀਂ ਕਹਿੰਦਾ, ਜਿੱਥੇ ਤੁਸੀਂ ਕਹਿੰਦੇ ਹੋ ਵੀ ਆਹ ਸਕੂਲ ਟੌਪ ਦਾ, ਤੁਸੀਂ ਕਹਿੰਦੇ ਹੋ ਸਾਡੇ ਪਿੰਡ ਦਾ ਸਕੂਲ ਟੌਪ ਦਾ, ਇੱਕ ਬੱਚਾ ਬੈਨਰ ਪੂਰਾ ਟੌਪ ਦਾ ਕੱਢ ਕੇ ਦਿਖਾ ਦਿਓ, ਮੰਨ ਜਾਾਂਗੇ ਯਾਰ। ਜੇ ਤੁਸੀਂ ਕਹਿੰਦੇ ਹੋ ਤਾਂ ਹੈਗਾ, ਨਹੀਂ ਕੱਲਾ ਵੇਖਣ ਨੂੰ ਹੀ ਆ, ਵਿੱਚ ਕੁਛ ਨਹੀਂ ਹੈ। ਇਹ ਮੇਰਾ ਮਤਲਬ ਮਿਸ਼ਨ ਆ, ਕਿੱਤਾ ਇੱਕ ਵੀ ਜਿਹੜਾ ਬੱਚਿਆਂ ਨੂੰ ਮਿਲਣਾ, ਵਿੱਚ ਕੁਛ ਵੀ ਨਹੀਂ ਹੈ। ਪਰ ਜਿੱਥੇ 2 ਪੈਸੇ ਲਾਓਗੇ ਨਾ, ਉੱਥੇ ਤੁਹਾਡੇ ਬੱਚੇ ਦਾ ਨਮੂਨਾ ਵੀ ਬਣਾਇਆ ਜਾਊਗਾ। ਇਹ ਭੁਲੇਖਾ ਨਾ ਰੱਖਿਓ ਇੱਥੋਂ ਫਰੀ ਮਿਲਦਾ। ਜਿੱਥੇ 4 ਪੈਸੇ ਘੱਟ ਵੀ ਦਿੱਤੇ ਆ ਨਾ, ਤੇ ਚੇਤਾ ਰੱਖਿਓ ਉੱਥੇ ਵੀ ਤੁਹਾਡੇ ਬੱਚੇ ਨਾਲ ਦੁਰਵਿਹਾਰ ਹੋ ਸਕਦਾ, ਜਿੱਥੇ ਘੱਟ ਦਿੱਤੇ ਨੇ। ਪਰ ਜਿੱਥੇ ਸਹੀ ਦਿੱਤੇ ਨੇ ਉੱਥੇ ਨਹੀਂ ਹੋਵੇਗਾ।
सो वाहिगुरू भला करे। इधर आपां साइड ते आ गए। गल सी फ्री दी, एक बाबे बजुर्ग नूं फ्री खवाया, अनेकां उत्थे होर आ गए वेख के फ्री मिलदा आपां भी लै लो, मिलदा ना लै लो। ते टोकरी वेली हो गई, टोकरी वेली हो गई ना। अज बाबा जेठा जी ने कुछ भी नहीं कमाया, ना कोई बचता ना कोई बटता। टोकरी झाड़ी खाली करके अपने घर नूं तुर गया। ते मन दे विच खुशी बहुत आ, मन दे विच ना खुशी बहुत आ भी मैं किसे दा ढिड भर के आया। चाहे मेरा किसी ने ढिड चूना मंडी लाहौर दे विच नहीं भरिया, मेरी मां भी चढ़ाई कर गई ना, मेरा बाप भी चढ़ाई कर गया, रुलदे खुलदे नूं मैनूं नानी बासर के पिंड ले आई, पर मेरा ढिड किसी ने नहीं भरिया। पर अज बहुत ज्यादा खुशी है, मैं भर के आया। ये रब दा गुरु नानक दा कानून आ। बाबा नानक कहंदा मैं नहीं फ्री खाना ते पर मैं फ्री दे बहुत कुछ दूं। ते जो नानक दे घरों मिलदा ना वो सानू बहुत कुछ फ्री मिल जांदा। पर फिर भी हक रखिया करो भी आपां नानक दे घर विच जो कुछ लेके गए आ ओदे बदले कुछ ना कुछ देईए। वो कुछ भी हो सकदा, वो विषय ते आपां कदे फिर गल करांगे भी वो देण दा मतलब की आ। ये नहीं है भी आपां पैसे लटाउणा, ये नहीं है भी आपां कोई लीड़ा कपड़ा लटाउणा, कुछ ना कुछ दईए तो भाव की आ। बस गुरु नानक साहब लैणा की चाहुंदे आ, ये नानक नूं पुछना पਊ आपां नूं, वो कदे फिर पुछांगे। हुण इत्थे बाबा जेठा जी बहुत ज्यादा खुश ने भी अज मैं ना अपने वल्लों जो सेवा करके आया, दातिया ये सेवा मेरी कबूल करी। अंदर अंदर ख्याल बनदा, नाले नाल सोच लैंदा नहीं जेठिया तू फ्री भी नहीं दिता गा, चल दो चार आसे पासे तो आए फ्री खा के मुड़ गए, पर जिन्हों तू सब तो पहला बौणी कीती है ना, अपने मन च ही सोच रहा फ्री दिता, उन्हें फ्री नहीं लेता तेथों। उन्हें तेनू पुत कहा, उन्हें तेनू पुत कह के बुलाया, तेरे कन किद्दे दे तरसदे सी पुत कहाउण नूं। तेनू किसी ने पुत नहीं कहा, पर उन्हें मुल बहुत दिता। पर वो पुत कहण बदले जे एक दिन एक टोकरी तेरी घुंगणियां दी लागी ना तां की आ, रेट बहुत मिल गया। रम जा रब दे प्यारे। हुण बाबा जेठा जी घर चले गए, नानी आई, रोज दी क्रिया मुताबक नानी पुछदी आ पुत ठीक ठाक मुड़ाया, की कुछ बट्टिया की कुछ खट्टिया। नानी मां अज कली खाली टोकरी आ, दुनियावी तल ते कोई पैसा टका नहीं है, पर जेड़ा अज मैनू पैसा टका मिलिया ना वो बहुत वध के आ। क्यों? क्योंकि अज मैनू दुनियावी धन नहीं मिलिया, अज मैनू किसी ने ना पुत कह के बुलाया ते कहा मैनू घुंगणियां खवा, ते मैं घुंगणियां नूं खवाई गया, वो भी खाई गया। उत्थे अनेकां होर आ गए, वो भी खा के मुड़ गए, पर मैनू अगे घुंगणियां बदले पैसे मिल जांदे आ। अज घुंगणियां बदले ना मैनू किसी ने पुत कहा सी, उन्हें एकनी नानी मां कई बारी पुत कहा सी। अगे ना जदों मैं गलियां विचों दी लंघदा, बच्चों दीयां मावां आवाजां मारदियां, पुत सिर वहाला, पुत दुध चाह शकला, पुत भोजन शकला, ते मैनू ना भुलेखे पैंदे सी, खबनी मेरी मां आवाजां मारदी, पर मैं मन नूं फिर मोड़ लैंदा सी जेठिया तैनू किने पुत कह के बुलाउणा। पर सच जानी मां मैनू ना अज कोई ओ मिल गया जिन्हें पुत कह के आवाज मारी आ, तां मैं अपनियां सारियां घुंगणियां उत्थे वरताया खुशी दे विच। ते हुण चेता रखियो अपनी ना एक भावना हुंदी आ, अक्सर ही आपां कहने आ भी रब साडी सुणदा नहीं, रब सुणदा, साडे च किते ना किते कमी हो सकदी है। कई बार ना पढ़न वाले बच्चे नूं भुलेखा पै जांदा मेरी पोजीशन नहीं आई ते मेरे टीचर ने ना मेरे नाल धोखा कीता। ये आम ही आ जांदी गलबात। मैं फेल हो गया, मेरे टीचर ने मेरे नाल दगा कीता। नहीं, टीचर ने दगा नहीं कीता, कमी साडे च ही आ, असीं चज नाल पढ़े नहीं। कमी साडे च ही है ना, असीं पढ़े नहीं। हाँ,
ਅਸੀਂ ਕਹਿੰਦੇ ਆ ਵੀ ਸਾਡੀ ਮਾਲਕ ਬੇਨਤੀ ਨਹੀਂ ਸੁਣਦਾ, ਪਰ ਆ ਜਿਹੜਾ ਵਿਸ਼ਾ ਨਾ ਅੱਜ ਇਸ ਵਿਸ਼ੇ ਦੇ ਵਿੱਚੋਂ ਸਾਨੂੰ ਇੱਕ ਗੁਰੂ ਨਾਨਕ ਤੇ ਭਰੋਸਾ ਯਕੀਨ ਬਣਾਉਣ ਦੀ ਲੋੜ ਆ। ਤੇ ਉਹ ਜ਼ਬਾਨ ਦੇ ਵਿੱਚੋਂ ਬੋਲਣੀ, ਉਹ ਬੋਲਣਾ ਹਿਰਦੇ ਚੋਂ ਨਿਕਲਣਾ। ਕਿਵੇਂ ਨਿਕਲਣਾ? ਜਿਵੇਂ ਬਾਬਾ ਜੇਠਾ ਜੀ ਦੀ ਨਾਨੀ ਮਾਂ ਨੇ ਅੱਜ ਉਹ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਹ ਗੱਲ ਧਿਆਨ 'ਚ ਰੱਖਿਓ, ਅਰਦਾਸ ਕਰਵਾਈ ਵੀ ਨਹੀਂ, ਅਰਦਾਸ ਕੀਤੀ ਆ। ਅਰਦਾਸ ਕੀਤੀ ਆ ਕਿਸ ਰੂਪ 'ਚ? ਜਦੋਂ ਜੇਠਾ ਜੀ ਨੇ ਕਿਹਾ ਨਾ, ਮੈਂ ਤਾਂ ਸਾਰੀਆਂ ਘੁੰਗਣੀਆਂ ਜੇ ਇਦਾਂ ਹੀ ਵਰਤਾਇਆ ਆ, ਤੇ ਬਸ ਉਹ ਘੁੰਗਣੀਆਂ ਦਾ ਮੁੱਲ ਕੀ ਸੀ? ਮੈਨੂੰ ਪੁੱਤ ਕਹਿ ਕੇ ਬੁਲਾਇਆ ਤੇ ਮੈਨੂੰ ਇੰਨਾ ਵਧੀਆ ਲੱਗਿਆ ਵੀ ਪੁੱਤ ਕਹਿਣ ਵਾਲਾ ਇੱਕੋ ਹੀ ਵਿਅਕਤੀ ਆਇਆ, ਅੱਜ ਤੱਕ ਤੈਨੂੰ ਕਿਸੇ ਨੇ ਪੁੱਤ ਕਹਿ ਕੇ ਨਹੀਂ ਬੁਲਾਇਆ। ਨਾਨੀ ਮਾਂ ਮੇਰੇ ਨਾਲ ਕੰਨ ਤਰਸੇ ਪਏ ਸੀ, ਤਾਂ ਕਰਕੇ ਮੈਂ ਸਾਰੀਆਂ ਘੁੰਗਣੀਆਂ ਜਿੰਨੇ ਵੀ ਉੱਥੇ ਆਏ ਸਾਰਿਆਂ ਨੂੰ ਵਰਤਾ ਦਿੱਤਾ। ਹੁਣ ਨਾਨੀ ਨੇ ਨਾ ਝਿੜਕਿਆ ਨਹੀਂ, ਨਾਨੀ ਨੇ ਕਿਸੇ ਗੱਲ ਦਾ ਸ਼ਿਕਵਾ ਨਹੀਂ ਕੀਤਾ, ਪਰ ਨਾਨੀ ਨੇ ਇੱਕ ਅਰਦਾਸ ਜ਼ਰੂਰ ਕੀਤੀ ਆ। ਕਹਿੰਦੀ, ਹੇ ਸੱਚੇ ਪਾਤਸ਼ਾਹ, ਜੇ ਮੇਰੇ ਦੋਤੇ ਨੂੰ ਦਿਲ ਐਡਾ ਵੱਡਾ ਦਿੱਤਾ ਨਾ, ਜੇ ਦਿਲ ਐਡਾ ਵੱਡਾ ਦਿੱਤਾ ਤਾਂ ਇਹਨੂੰ ਖਜ਼ਾਨਾ ਵੀ ਐਡਾ ਵੱਡਾ ਦੇ। ਇਹ ਵਰਤਾਈ ਜਾਵੇ, ਇਹ ਵਰਤਾਈ ਜਾਵੇ ਤੇ ਦੁਨੀਆ ਖਾਈ ਜਾਵੇ, ਖਜ਼ਾਨਾ ਮੁੱਕੇ ਨਾ। ਇਹ ਹਿਰਦੇ ਦੇ ਵਿੱਚੋਂ ਬੋਲ ਕਹੇ ਨੇ। ਇੱਕ ਗੱਲ ਇੱਥੇ ਹੋਰ ਧਿਆਨ 'ਚ ਰੱਖਿਓ, ਗੱਲ ਕੀਤੀ ਆ ਦਿਲ ਵੱਡੇ ਦੀ, ਵੀ ਜੇ ਮੇਰੇ ਦੋਤਰੇ ਨੂੰ ਨਾ ਦਿਲ ਏਡਾ ਵੱਡਾ ਦਿੱਤਾਗਾ, ਜਿੱਡਾ ਵੱਡਾ ਦਿਲ ਦਿੱਤਾ ਨਾ ਤੇ ਓਡਾ ਵੱਡਾ ਖਜ਼ਾਨਾ ਦੇ। ਇੱਥੋਂ ਸਿੱਧ ਹੋ ਗਿਆ ਬਾਬੇ ਨਾਨਕ ਦੇ ਘਰ ਵਿੱਚੋਂ ਦਿਲ ਵੱਡੇ ਹੋਣ ਦੀ ਦਾਤ ਵੀ ਮਿਲਦੀ ਆ। ਇਹ ਗੱਲ ਜ਼ਰੂਰ ਕਹਿਣੀ ਪਊ, ਅੱਜ ਸਾਡੇ ਦਿਲ ਬੜੇ ਛੋਟੇ ਨੇ। ਦਿਲ ਮੀਨਜ ਭਾਵ ਨੀਅਤ ਬੜੀ ਸਾਡੀ ਛੋਟੀ ਆ। ਸਿਆਣਿਆਂ ਦੀ ਕਹਾਵਤ ਆ ਵੀ ਕੋਈ ਗੱਲ ਨਹੀਂ, ਨੀਅਤ ਆਪਣੀ, ਦਿਲ ਆਪਣਾ ਵੱਡਾ ਬਣਾ ਕੇ ਰੱਖ। ਜਿੱਡਾ ਕ ਵੱਡਾ ਦਿਲ ਹੋਊਗਾ ਓਡੀਆਂ ਕ ਦਾਤਾਂ ਗੁਰੂ ਦੇ ਉਨੀਆਂ ਦਾਤਾਂ ਦੇਊਗਾ। ਜੇ ਭਾਂਡਾ ਛੋਟਾ ਨਾ ਤੇ ਥੋੜਾ ਸਮਾਨ ਪਊਗਾ, ਜੇ ਭਾਂਡਾ ਵੱਡਾ ਤਾਂ ਵੱਧ ਸਮਾਨ ਪੈ ਜਾਊਗਾ। ਜੇ ਦਿਲ ਵੱਡਾ ਤਾਂ ਬਾਬਾ ਨਾਨਕ ਬਹੁਤ ਵੱਡੇ ਖਜ਼ਾਨੇ ਦਾ ਮਾਲਕ ਬੈਠਾ, ਉਹਨੇ ਖਜ਼ਾਨੇ ਵੀ ਤੈਨੂੰ ਓਡੇ ਓਡੀ ਦੇ ਦੇਣੇ ਆ। ਜੇ ਦਿਲ ਛੋਟਾ ਨਾ ਮਰੂ ਮਰੂ ਕਰੀ ਜਾਂਦਾ ਤੇ ਪਿਆਰਿਆ, ਫਿਰ ਉਹਨੇ ਦਿਲ ਵੀ ਦੇਖ ਕੇ ਤੈਨੂੰ ਬਰਤਨ ਦੇ ਵਿੱਚ ਸਮਾਨ ਉਨੇ ਹੀ ਪਾਉਣਾ ਜਿੰਨਾ ਕੁ ਪਵੇਗਾ। ਪਰ ਨਾਨੀ ਦੀ ਅਰਦਾਸ ਆ, ਹੇ ਵਾਹਿਗੁਰੂ ਜੀ, ਜੇ ਮੇਰੇ ਦੋਤਰੇ ਨੂੰ ਏਡਾ ਵੱਡਾ ਦਿਲ ਦਿੱਤਾ, ਇਹਨੂੰ ਖਜ਼ਾਨਾ ਏਡਾ ਵੱਡਾ ਦੇ। ਅੱਛਾ, ਇਹ ਖਜ਼ਾਨਾ ਨਾ ਕੋਈ 100 ਕਿੱਲੇ ਦਾ ਨਹੀਂ ਮੰਗਿਆ, 1000 ਏਕੜ ਦਾ ਨਹੀਂ ਮੰਗਿਆ, ਕੋਈ ਅਰਬ ਦਾ, ਕੋਈ ਖਰਬ ਦਾ ਨਹੀਂ ਮੰਗਿਆ ਵੀ ਇੰਨੀ ਕੁ ਪ੍ਰਾਪਰਟੀ ਦੇ ਦੇ। ਕੋਈ ਬੰਨ ਕੇ ਨਹੀਂ ਗੱਲ ਕਹੀ ਵੀ ਇੰਨੀ ਕੁ ਦੇ ਦੇ। ਕੀ ਕਿਹਾਗਾ? ਏਡਾ ਵੱਡਾ ਦਿਲ ਆ ਤੇ ਏਡਾ ਵੱਡਾ ਖਜ਼ਾਨਾ ਦੇ। ਕਿੱਡਾ ਵੱਡਾ? ਰਾਮਦਾਸ ਜਾਨੀ ਕਿ ਬਾਬਾ ਜੇਠਾ ਜੀ, ਜੇਠਾ ਜੀ ਵਰਤਾਈ ਜਾਣ, ਲੋਕ ਖਾਈ ਜਾਣ। ਤੇ ਹੁਣ ਇਸ਼ਾਰਾ ਇਹ ਬਾਤ, ਵੈਸੇ ਇੱਕ ਕਥਾ ਬਾਅਦ ਚ ਆਊਗੀ, ਪਰ ਇਹ ਗੱਲ ਦਾ ਇਸ਼ਾਰਾ ਤੁਸੀਂ ਧਿਆਨ ਚ ਲੈ ਜਿਓ। ਤੇ ਉਹ ਰਾਮਦਾਸ ਮਹਾਰਾਜ ਗੁਰੂ ਬਾਬਾ ਜੇਠਾ ਜੀ ਨੇ ਕਿੱਥੇ ਬੈਠੇ ਨੇ ਅੱਜ? ਦਰਬਾਰ ਸਾਹਿਬ ਚ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। ਤੇ ਗੁਰੂ ਰਾਮਦਾਸ ਮਹਾਰਾਜ ਜੀ ਬੈਠੇ ਆ ਦਰਬਾਰ ਸਾਹਿਬ ਦੇ ਵਿੱਚ, ਤੇ ਦਰਬਾਰ ਸਾਹਿਬ ਦੇ ਵਿੱਚ ਜਿੱਦਾਂ ਦੇ ਬੈਠੇ ਨੇ ਉਦੋਂ ਦਾ ਗੁਰੂ ਰਾਮਦਾਸ ਮਹਾਰਾਜ ਲੰਗਰ ਚਲਾਈ ਬੈਠਾ, ਅੱਜ ਤੱਕ ਮੁੱਕਿਆ ਨਹੀਂ ਕਿ ਮੁੱਕ ਗਿਆ? ਅੰਦਾਜ਼ਾ ਲਾ। ਠੀਕ ਆ, ਜੇ ਕਿਤੇ ਕਮੀ ਆ ਨਾ ਉਹ ਆਗੂਆਂ ਕਰਕੇ ਹੋ ਸਕਦੀ ਆ। ਵਾਹਿਗੁਰੂ ਭਲਾ ਕਰੇ, ਉਹ ਪੱਖ ਆਪਾਂ ਛੱਡ ਦੋ ਵੀ ਜੇ ਕਿਤੇ ਕਮੀ ਆ ਤਾਂ ਉਹ ਹੁਣ ਦੇ ਉੱਥੋਂ ਦੇ ਆਗੂਆਂ ਕਰਕੇ ਕਮੀ ਆ ਸਕਦੀ ਆ। ਪਰ ਗੁਰੂ ਰਾਮਦਾਸ ਮਹਾਰਾਜ ਦਾ ਘਰ ਖਜ਼ਾਨਾ ਏਡਾ ਵੱਡਾ, ਦੁਨੀਆ ਦਾ ਹਰ ਵਿਅਕਤੀ ਭਾਵੇਂ ਕੋਈ ਛੋਟਾ ਜਾਵੇ ਤੇ ਭਾਵੇਂ ਕੋਈ ਵੱਡਾ ਜਾਵੇ, ਸਭ ਰੱਜ ਕੇ ਆਉਂਦੇ ਆ। ਭਾਵੇਂ ਕੋਈ ਮੁਸਲਮ ਜਾਵੇ, ਭਾਵੇਂ ਹਿੰਦੂ ਜਾਵੇ, ਭਾਵੇਂ ਸਿੱਖ ਜਾਵੇ, ਭਾਵੇਂ ਈਸਾਈ ਜਾਵੇ, ਸਭ ਨੂੰ ਬਣਦੀ ਸਹੂਲਤ, ਬਣਦਾ ਭੋਜਨ ਉੱਥੇ ਮਿਲਦਾ। ਕੱਲਾ ਭੋਜਨ ਨਹੀਂ, ਲੱਖਾਂ ਲੋਕਾਂ ਅਰਦਾਸਾਂ ਬੇਨਤੀਆਂ ਕਰਦੇ ਨੇ, ਪਤਾ ਨਹੀਂ ਵਾਹਿਗੁਰੂ ਦੇ ਘਰ ਵਿੱਚੋਂ ਦੁਨੀਆ ਨੂੰ ਕੀ ਕੀ ਮਿਲਦਾ, ਪਤਾ ਹੀ ਨਹੀਂ ਕੀ ਕੀ ਮਿਲਦਾ। ਅੱਜ ਨਾਨੀ ਨੇ ਕੀਤੀ ਅਰਦਾਸ ਤੇ ਉਹ ਅਰਦਾਸ ਵਾਹਿਗੁਰੂ ਨੇ ਸੁਣ ਲਈ। ਅਗਲੀ ਗੱਲ
ਕਹਿੰਦੇ ਨਾ ਰੱਬ ਬੰਦੇ ਦੇ ਸਿੱਧੇ ਕੰਮ ਨਹੀਂ ਕਰਦਾ। 95% ਰੱਬ ਕਾਰਨ ਬਣਾਉਂਦਾ ਤੇ 5% ਕਦੇ ਕਦੇ ਸਿੱਧੇ ਕੰਮ ਕਰ ਦਿੰਦਾ। 5 ਜਿਵੇਂ ਮੰਨ ਲਓ, ਉਦਾਹਰਨ ਮੰਨ ਲਓ, ਜਿਵੇਂ 1 ਕਰੋੜ ਦੀ ਲਾਟਰੀ ਆ, ਵੀ ਇੱਕ ਨੂੰ ਹੀ ਨਿਕਲਣੀ ਆ। 1 ਲੱਖ ਰੁਪਈਆ ਇੱਕ ਨੂੰ ਹੀ ਨਿਕਲਣਾ, ਤੇ 1 ਲੱਖ ਰੁਪਈਆ ਲੈਣ ਵਾਸਤੇ ਇੱਕ ਬੰਦੇ ਨੇ ਲੈਣ ਵਾਸਤੇ ਪਰਚੀਆਂ ਕਿੰਨਾਂ ਨੇ ਲੈਤੀਆਂ ਨੇ? ਅਣਗਿਣਤ ਹੀ ਲੈ ਲਈਆਂ। ਸਭ ਦੀ ਭਾਵਨਾ ਵੀ ਮੈਨੂੰ ਨਿਕਲਿਆ, ਵੀ ਮੈਨੂੰ ਨਿਕਲਿਆ, ਵੀ ਮੈਨੂੰ ਨਿਕਲਿਆ, ਵੀ ਉਹ ਐ ਨਹੀਂ ਪਤਾ ਵੀ ਉਹ ਨੰਬਰ ਕਿਹਦਾ ਲੱਗਣਾ। ਇਵੇਂ ਜਿਵੇਂ 100 ਦੇ ਵਿੱਚੋਂ 5% ਕੰਮ ਨੇ ਜਿਹੜੇ ਰੱਬ ਮਾਲਕ ਸਿੱਧੇ ਤੌਰ ਤੇ ਕਰਦਾ, 5%, ਤੇ 95% ਕੰਮ ਰੱਬ ਕਾਰਨ ਬਣਾ ਕੇ ਕਰਦਾ, ਵਿਧੀ ਬਣਾ ਕੇ ਕਰਦਾ। ਪਰ ਜੇ ਬੰਦਾ ਸਮਝੇ ਤਾਂ ਬੰਦਾ ਬੰਦੇ ਨੂੰ ਸਮਝਦਾ ਨਹੀਂ, ਪ੍ਰੋਬਲਮ ਆ ਗਈ। ਜੇ ਬੰਦਾ ਸਮਝੇ 95% ਕਾਰਨ ਬਣਾਉਂਦਾ ਤੇ 5% ਰੱਬ ਕੰਮ ਕਰਦਾ ਹੈ। ਤੇ ਕਾਰਨ ਕੀ ਬਣਾਉਂਦਾਗਾ? ਹੁਣ ਇੱਥੇ ਗੁਰੂ ਨੇ ਨਾ, ਪਰਮਾਤਮਾ ਨੇ ਰੱਬ ਅੱਗੇ ਅਰਦਾਸ ਨਾਨੀ ਨੇ ਕਰਤੀ, ਪਰ ਰੱਬ ਨੇ ਕਾਰਨ ਬਣਾਤਾ। ਇੱਕ ਅਰਦਾਸ ਹੋ ਗਈ, ਅਰਦਾਸ ਕਿਹਨੂੰ ਕੀਤੀ ਹੈ? ਰੱਬ ਨੂੰ, ਪਰਮਾਤਮਾ ਨੂੰ। ਪਰ ਪਰਮਾਤਮਾ ਨੇ ਸਿੱਧੇ ਤੌਰ ਤੇ ਆ ਕੇ ਬਾਬਾ ਜੇਠਾ ਜੀ ਨੂੰ ਕੋਈ ਖਜ਼ਾਨਾ ਨਹੀਂ ਦਿੱਤਾ ਵੀ ਅਸੀਂ ਤਾਂ ਬੈਠੇ ਆ, ਦੇ ਜਾ, ਕੰਮ ਕਰ ਲਾਂਗੇ, ਨਹੀਂ ਵਿਹਲੇ ਬੈਠੇ ਨਾ। ਪਰ ਇੱਕ ਕਾਰਨ ਬਣ ਗਿਆ, ਵਿਧੀ ਬਣ ਗਈ। ਵਿਧੀ ਕੀ ਬਣੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ। ਵਿਧੀ ਇਹ ਬਣ ਗਈ, ਅੱਜ ਬਾਬਾ ਜੇਠਾ ਜੀ ਦਾ ਅਤੇ ਜੇਠਾ ਜੀ ਦੀ ਨਾਨੀ ਜੀ ਦਾ ਮਲਾਪ ਗੁਰੂ ਅਮਰਦਾਸ ਮਹਾਰਾਜ ਨਾਲ ਹੋ ਗਿਆ। ਕਿਹਦੇ ਨਾਲ ਹੋਇਆ? ਗੁਰੂ ਅਮਰਦਾਸ ਮਹਾਰਾਜ ਜੀ ਨਾਲ। ਅਮਰਦਾਸ ਮਹਾਰਾਜ ਜੀ ਨਾਲ ਜਦੋਂ ਨਾਨੀ ਨੇ ਗੱਲਾਂ ਕੀਤੀਆਂ ਨਾ, ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ, ਜੇ ਤੁਹਾਡੇ ਇਦਾਂ ਦੇ ਹਾਲਾਤ ਆ ਨਾ, ਤੁਸੀਂ ਛੱਡੋ, ਮੇਰੇ ਨਾਲ ਚੱਲੋ। ਕਿੱਥੇ ਜਾਣਾਗਾ? ਤੁਸੀਂ ਗੋਇੰਦਵਾਲ ਸਾਹਿਬ ਚੱਲੋ, ਮੇਰੇ ਨਾਲ ਆਓ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਰਾਹੀਂ ਕਾਰਨ ਕਰਤੇ ਵਸ ਹੈ। ਕਾਰਨ ਬਣਾਉਣ ਵਾਲਾ ਪਰਮਾਤਮਾ, ਕਾਰਨ ਬਣਾਉਣਾ ਉਹਦੇ ਵਸ ਵਿੱਚ ਆ। ਉਹਨੇ ਕਾਰਨ ਬਣਾਇਆ, ਗੁਰੂ ਅਮਰਦਾਸ ਨਾਲ ਮਿਲਾਪ ਹੋਇਆ। ਨਾਨੀ ਨੂੰ ਕਿਹਾ ਚੱਲਣਾ, ਆਪਣੇ ਦੋਤੇ ਨੂੰ ਲੈ ਕੇ ਚੱਲ, ਨਾਲੇ ਤੂੰ ਚੱਲ, ਤੇ ਉੱਥੇ ਨਾ ਜਾ ਕੇ ਸੇਵਾ ਕਰਿਆ ਕਰੋ। ਤੁਹਾਡਾ ਰਹਿਣ ਬਸੇਰਾ, ਤੁਹਾਡਾ ਭੋਜਨ ਪਾਣੀ ਵਧੀਆ ਮਿਲੂਗਾ। ਜਿੰਨੀ ਸੇਵਾ ਕਰੋਗੇ ਉਹਨਾਂ ਤੁਹਾਨੂੰ ਭੋਜਨ ਪਾਣੀ ਵਧੀਆ ਮਿਲੂਗਾ। ਦੱਬ ਕੇ ਵਾਹ ਤੇ ਰੱਜ ਕੇ ਖਾ। ਚਲੋ ਇੱਥੇ ਨਾ ਵੀ ਰੋਲੋ ਖਲੋ ਜੇ। ਉਸ ਪਰਮਾਤਮਾ ਨੇ ਵਿਧੀ ਬਣਾਈ, ਅਮਰਦਾਸ ਮਹਾਰਾਜ ਨਾਲ ਮਿਲਾਪ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਨਾਲੇ ਨਾਨੀ ਆ ਗਈ ਤੇ ਨਾਲੇ ਦੋਤਾ ਆ ਗਿਆ, ਬਾਬਾ ਜੇਠਾ ਜੀ ਆ ਗਿਆ ਉਸ ਟਾਈਮ ਤੇ। ਫਿਰ ਹੋਰ ਕੀ ਕਾਰਨ ਬਣਦਾਗਾ? ਅਗਲਾ ਕਾਰਨ ਉਹ ਰੱਬ ਨੇ ਕੀ ਬਣਾਇਆਗਾ? ਨਿਰੰਤਰ, ਲਗਾਤਾਰ ਪ੍ਰੇਮ ਭਾਵਨਾ ਸ਼ਰਧਾ ਦੇ ਵਿੱਚ। ਹੁਣ 7 ਸਾਲ ਦੀ ਉਮਰ ਵਿੱਚ ਬਾਬਾ ਜੇਠਾ ਜੀ ਦੇ ਮਾਪੇ ਚੜ੍ਹਾਈ ਕਰ ਗਏ, ਤੇ ਉਸ ਤੋਂ ਬਾਅਦ ਨਾਨੀ ਕੋਲ ਆ ਗਏ। 2-3 ਸਾਲ ਵਸਰ ਕੇ ਰਹੇ। ਮੰਨ ਲਓ ਵੀ ਟੋਟਲ ਉਮਰ ਇਸ ਟਾਈਮ 11-12 ਸਾਲ ਦੀ ਆ। ਤੇ ਜਦੋਂ ਸੇਵਾ ਦੇ ਵਿੱਚ ਜੁਟ ਗਏ ਤਾਂ ਗੁਰੂ ਰਾਮਦਾਸ ਮਹਾਰਾਜ, ਜਾਣੀ ਕਿ ਬਾਬਾ ਜੇਠਾ ਜੀ ਦੀ ਉਮਰ ਤਕਰੀਬਨ ਜਵਾਨੀ ਦੇ ਵਿੱਚ ਪੈਰ ਰੱਖ ਚੁੱਕੀ ਹੈ। ਤੇ ਜਵਾਨੀ ਦੇ ਵਿੱਚ ਇੰਨੀ ਲਗਨ ਦੇ ਨਾਲ, ਇੰਨੇ ਲਗਾਓ ਦੇ ਨਾਲ ਸੇਵਾ ਕਰਨੀ ਆਰੰਭ ਕੀਤੀ। ਇੱਕ ਦਿਨ ਉਹ ਆਇਆ, ਜਿਹੜਾ ਅਗਲਾ ਕਾਰਨ ਬਣਦਾ ਉਹ ਸਾਖੀ ਬਾਅਦ ਚ ਆਊ। ਪਰ ਇੱਕ ਦਿਨ ਉਹ ਆਇਆ ਜਿਸ ਦਿਨ ਬਾਬਾ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਜਵਾਈ ਬਣ ਗਏ ਸੀ। ਤੇ ਜਵਾਈ ਬਣਨ ਤੋਂ ਬਾਅਦ ਉਹ ਆਪਾਂ ਕੱਲ ਸੁਣ ਲਿਆ ਸੀ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਚੋਂ, ਵੀ ਬਾਬਾ ਜੇਠਾ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ੀ। ਉਹਨਾਂ ਦੇ ਗੁਣ ਵੇਖ ਕੇ ਤੇ ਫਿਰ ਕਿੱਡੇ ਮਹਾਨ ਬਣੇ ਨੇ ਉਹ। ਗੁਰੂ ਕਿਰਪਾ ਕਰੇ, ਆਪਾਂ ਸਾਰਾ ਇਤਿਹਾਸ ਬਾਅਦ ਵਿੱਚ ਪੜ੍ਹਨਾ ਹੈ। ਇੱਥੇ ਵਿੱਚੋਂ ਇਸ਼ਾਰੇ ਆ ਗਏ ਵੀ ਕਾਰਨ ਰੱਬ ਕਿਵੇਂ ਬਣਾਉਂਦਾ ਹੈ। ਤੇ ਅੱਜ ਵੀ ਉਹ ਮਾਲਕ ਕਾਰਨ ਭਾਈ ਬਣਾਉਂਦਾ, ਅੱਜ ਵੀ ਕਾਰਨ ਬਣਾਉਂਦਾ। ਐਸੀ ਗੱਲ ਨਹੀਂ ਵੀ ਜੇ ਆਪਾਂ ਰੱਬ ਅੱਗੇ ਕੋਈ ਜੋਦੜੀ ਕੀਤੀ ਆ ਨਾ, ਬੇਨਤੀ ਕੀਤੀ ਆ, ਰੱਬ ਕਾਰਨ ਨਾ ਕੋਈ ਬਣਾਵੇ। ਰੱਬ ਕਾਰਨ ਬਣਾਉਂਦਾ, ਪਰ ਜਿਸ ਰਾਹੀਂ ਕਾਰਨ ਬਣਿਆ ਨਾ,
ਵਿਧ ਬਣੀ ਆ ਤੇ ਉਹ ਵਿਧ ਬਣਾਉਣ ਵਾਲਾ ਦਾਤਾ ਤੇ ਜਿਹਦੇ ਰਾਹੀਂ ਵਿਧ ਬਣੀ ਆ ਤੇ ਗੁਰੂ ਦਾ ਹੁਕਮ ਆ, ਉਹਨਾਂ ਨੂੰ ਕਦੇ ਭੁੱਲੀ ਨਾ। ਤੇ ਚੇਤੇ ਰੱਖੀ, ਉਹਨਾਂ ਨੇ ਤੇਰੀ ਜ਼ਿੰਦਗੀ 'ਚ ਪਰ ਉਪਕਾਰੀ ਕੰਮ ਕੀਤਾ। ਉਹਨਾਂ ਨੇ ਤੇਰੀ ਜ਼ਿੰਦਗੀ ਦਾ ਸਾਰਾ ਜੀਵਨ ਸਵਾਰਿਆ, ਤੇ ਜਿਨ੍ਹਾਂ ਨੇ ਸਵਾਰਿਆ ਨਾ ਤੇ ਉਹਨਾਂ ਤੇ ਕਦੇ ਵੀ ਆਪਣੇ ਵੱਲੋਂ ਗਲਤ ਸਟੈਪ ਨਾ ਚੱਕੀ। ਪਰ ਦੁਨੀਆ ਦਾ ਸੁਭਾਅ ਇਹ ਗੁਣਾਂ ਵਾਲੇ ਕੰਮ ਕਰਵਾ ਕੇ ਜਾਂ ਕਰਕੇ ਇੱਕ ਦੂਜੇ ਨੂੰ ਭੁੱਲ ਜਾਣਾ, ਤਾਈਓ ਖੜੋਤਾ। ਕਿਸੇ ਵੀਰ ਨੇ ਬੜੀ ਵਧੀਆ ਗੱਲ ਇੱਕ ਦਿਨ ਕਹੀ, ਕਹਿੰਦਾ ਜੇ ਦੁਨੀਆ 'ਚ ਔਗਣ ਨਾ ਹੋਵੇ, ਕਹਿੰਦਾ ਫਿਰ ਦੁਨੀਆ ਦਾ ਸਾਰਾ ਕੋਈ ਸਵਰਗ ਬਣ ਜੇ ਨਾ। ਇਹ ਇੱਕ ਰੱਬ ਦਾ ਨਿਯਮ ਆ, ਇਹ ਵੀ ਇੱਕ ਰੱਬ ਦਾ ਨਿਯਮ ਆ। ਜੇ ਕੋਈ ਕੁਛ ਕਰਦਾ ਉਹਨੂੰ ਭੁਲਾ ਦੇਣਾ, ਭੁਲਾਉਣ ਤੋਂ ਬਾਅਦ ਆਪਣੇ ਆਪ ਨੂੰ ਮਾੜਾ ਕਹਾਉਣਾ। ਕਿਉਂ ਨਿਯਮ ਆ? ਕਿਉਂਕਿ ਜਿੱਥੇ ਉਹ ਰੱਬ ਨੇ ਫੁੱਲ ਲਾਏ ਆ ਨਾ, ਤੇ ਨਿਯਮ ਉਹਦਾ ਇਹ ਆ ਉਹਨੇ ਕੰਡੇ ਵੀ ਨਾਲ ਜ਼ਰੂਰ ਲਾਏ ਨੇ। ਜਿੱਥੇ ਗੁਨਾਹ ਦੀ ਦਾਤ ਆ ਨਾ, ਉੱਥੇ ਔਗਣ ਵੀ ਉਹਨੇ ਜ਼ਰੂਰ ਰੱਖੇ ਨੇ। ਜਿਹੜਾ ਔਗਣਾ ਰੂਪੀ ਕੰਡੇ ਪਾਸੇ ਕਰ ਦੇਵੇ, ਉਹਨਾਂ ਦੀ ਜ਼ਿੰਦਗੀ ਗੁਰੂ ਰਾਮਦਾਸ ਮਹਾਰਾਜ ਵਰਗੀ ਬਣ ਜਾਂਦੀ ਆ। ਤੇ ਜਿਹੜਾ ਕੱਲੇ ਕੰਡਿਆਂ ਨਾਲ ਹੀ ਹੱਥ ਮਾਰੀ ਜਾਵੇ, ਉਹਨਾਂ ਦੀ ਜ਼ਿੰਦਗੀ ਭਾਈ ਬਰਬਾਦ ਹੋ ਜਾਂਦੀ ਹੈ। ਸੋ ਗੁਰੂ ਕਿਰਪਾ ਕਰੇ, ਅੱਜ ਬਾਬਾ ਜੇਠਾ ਜੀ ਦਾ ਮਿਲਾਪ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਹੋਇਆ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੇ, ਉੱਥੇ ਆ ਕੇ ਲਗਨ ਦੇ ਨਾਲ, ਲਗਾਓ ਦੇ ਨਾਲ ਸੇਵਾ ਆਰੰਭ ਕੀਤੀ। ਸੇਵਾ ਬਦਲੇ ਗੁਰੂ ਸਾਹਿਬ ਨੂੰ ਕੀ ਮਿਲਦਾ, ਉਹ ਆਉਣ ਵਾਲਾ ਸਮਾਂ ਦੱਸੇਗਾ। ਸਭ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ।